ਹੈਲੋ ਆਦਾਬ ਐਂਡ ਸਤਿ ਸ਼੍ਰੀ ਅਕਾਲ ਜੀ। ਸੁਪੀਰੀਅਰ ਸਟੱਡੀ ਚੈਨਲ ਆਪ ਸਭ ਨੂੰ ਜੀ ਆਇਆਂ ਆਖਦਾ ਹੈ। ਆਪਣੇ ਇਸ ਚੈਨਲ ਤੇ ਅੱਜ ਅਸੀਂ ਕਰਨ ਜਾ ਰਹੇ ਹਾਂ ਕਰੰਟ ਅਫੇਅਰਸ ਦੇ ਨਾਲ ਜੁੜਿਆ ਬਹੁਤ ਹੀ ਇੰਪੋਰਟੈਂਟ ਟੌਪਿਕ, ਤੇ ਇਹ ਟੌਪਿਕ ਦਾ ਨਾਮ ਹੈ ਜੀ ਇੰਡੀਅਨ ਬਜਟ 2021 ਤੋਂ 22 ਦਾ ਜਿਹੜਾ ਬਜਟ 1 ਫਰਵਰੀ 2021 ਨੂੰ ਪੇਸ਼ ਕੀਤਾ ਗਿਆ ਹੈ, ਉਸ ਦੇ ਬਾਰੇ ਅਸੀਂ ਸਾਰੇ ਇੰਪੋਰਟੈਂਟ ਟਰਮਸ ਪੜ੍ਹਾਂਗੇ। ਇਸ ਬਜਟ ਦੇ ਨਾਲ ਰਿਲੇਟਡ ਜਿਹੜੇ ਵੀ ਕੁਐਸਚਨਸ ਐਗਜ਼ਾਮਸ ਦੇ ਵਿੱਚ ਆ ਸਕਦੇ ਆ, ਕਿਉਂਕਿ ਜਿਹੜੇ ਮੂਰੇ ਆਉਣ ਵਾਲੇ ਐਗਜ਼ਾਮ ਨੇ ਸਾਰੇ ਜੀਕੇ ਐਂਡ ਕਰੰਟ ਅਫੇਅਰ ਬੇਸਡ ਨੇ, ਤਾਂ ਉਹਦੇ ਲਈ ਅੱਜ ਦਾ ਟੌਪਿਕ ਹੈ ਜਿਹੜਾ ਬਹੁਤ ਜ਼ਿਆਦਾ ਇੰਪੋਰਟੈਂਟ ਰਹੇਗਾ। ਤੇ ਇਸ ਤੋਂ ਪਹਿਲਾਂ ਜਿੰਨੇ ਵੀ ਆਪਾਂ ਲੈਕਚਰ ਕੀਤੇ ਨੇ, ਚਾਹੇ ਉਹ ਜੀਕੇ ਜਾਂ ਕਰੰਟ ਅਫੇਅਰਸ ਨੇ ਨਾਲ ਰਿਲੇਟਡ ਨੇ, ਤੇ ਜਾਂ ਫਿਰ ਪੰਜਾਬੀ, ਜੀਓਗ੍ਰਾਫੀ, ਐਸਐਸਟੀ ਦੇ ਟੌਪਿਕਸ ਐਂਡ ਐਗਰੀਕਲਚਰ ਦੇ ਟੌਪਿਕ, ਇਹਨਾਂ ਸਾਰਿਆਂ ਦੀਆਂ ਹੀ ਅਲੱਗ ਤੋਂ ਪਲੇਲਿਸਟ ਬਣੀਆਂ ਹੋਈਆਂ ਨੇ, ਤਾਂ ਉਹਨਾਂ ਦੇ ਲਿੰਕ ਮਿਲਣਗੇ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ। ਤੇ ਅੱਜ ਦੀ ਜਿਹੜੀ ਇਹ ਵੀਡੀਓ ਆ ਪਾਰਟ ਨੰਬਰ 4। ਇਸ ਤੋਂ ਪਹਿਲਾਂ ਦੇ ਜਿਹੜੇ 3 ਪਾਰਟ ਕਰੰਟ ਅਫੇਅਰਸ ਦੇ ਨਾਲ ਰਿਲੇਟਡ ਨੇ, ਉਹਨਾਂ ਦਾ ਲਿੰਕ ਮਿਲੇਗਾ ਇਸ ਵੀਡੀਓ ਦੇ ਆਈ ਬਟਨ ਤੋਂ। ਠੀਕ ਹੈ, ਅੱਜ ਦਾ ਜਿਹੜਾ ਇਹ ਲੈਕਚਰ ਆ ਅਸੀਂ ਦੋਨੇ ਲੈਂਗੁਏਜਸ ਦੇ ਵਿੱਚ ਕਰਾਂਗੇ, ਇੰਗਲਿਸ਼ ਐਂਡ ਪੰਜਾਬੀ। ਠੀਕ ਹੈ ਜੀ, ਸੋ ਜ਼ਿਆਦਾ ਦੇਰ ਨਾ ਕਰਦੇ ਹੋ, ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਲੈਕਚਰ। ਹਾਂਜੀ, ਬਜਟ 2021 ਤੋਂ 2022 ਇਹ ਭਾਰਤ ਦਾ ਪਹਿਲਾ ਪੇਪਰਲੈਸ ਬਜਟ ਹੈ। ਪਹਿਲਾ ਸਭ ਤੋਂ ਇੰਪੋਰਟੈਂਟ ਕੁਐਸਚਨ ਤਾਂ ਇਹੀ ਬਣਦਾ ਹੈ, ਹਿਸਟਰੀ ਮੇਕਿੰਗ ਫਸਟ ਪੇਪਰਲੈਸ ਬਜਟ। ਹਿਸਟਰੀ ਬਣਾ ਦਿੱਤੀ ਹੈ ਭਾਰਤ ਨੇ ਕਿ ਪਹਿਲੀ ਵਾਰ ਬਿਨਾਂ ਕਿਸੇ ਪੇਜ ਦੇ ਜਾਂ ਬਿਨਾਂ ਕਿਸੇ ਵਹੀ ਖਾਤੇ ਦੇ ਅਜਿਹਾ ਬਜਟ ਆ ਜਿਹੜਾ ਉਹ ਪੇਸ਼ ਹੋਇਆਗਾ, ਜੋ ਕਿ ਟੋਟਲੀ ਪੇਪਰਲੈਸ ਆ। ਠੀਕ ਹੈ, ਡਿਜੀਟਲ ਬਜਟ ਹੈ 2021-22 ਦਾ, ਪ੍ਰੈਜ਼ੈਂਟਡ ਔਨ 1 ਫੈਬਰਰੀ 2021। ਤਾਂ 2021 ਦੇ 1 ਫਰਵਰੀ ਵਾਲੇ ਦਿਨ ਇਹ ਜਿਹੜਾ ਬਜਟ ਆ ਉਹ ਪੇਸ਼ ਹੋਇਆ। ਇੰਡੀਆਜ਼ ਫਾਈਨੈਂਸ ਮਿਨਿਸਟਰ ਮਿਸਿਜ਼ ਨਿਰਮਲਾ ਸੀਤਾਰਮਨ, ਭਾਰਤ ਦੇ ਜਿਹੜੇ ਵਿੱਤ ਮੰਤਰੀ ਨੇ ਸ਼੍ਰੀਮਤੀ ਨਿਰਮਲਾ ਸੀਤਾਰਮਨ ਦੁਆਰਾ ਕਿਹੜੇ ਮਾਧਿਅਮ ਰਾਹੀਂ ਪੇਸ਼ ਹੋਇਆ ਜੀ? ਡਿਜੀਟਲ ਮਾਧਿਅਮ ਰਾਹੀਂ। ਮੇਡ ਇਨ ਇੰਡੀਆ ਟੈਬ ਉਹਨਾਂ ਨੇ ਯੂਜ਼ ਕੀਤੀ ਆ, ਕੋਈ ਕਾਗਜ਼ ਕੋਈ ਲਿਸਟ ਨਹੀਂ ਯੂਜ਼ ਹੋਈ। ਠੀਕ ਹੈ, ਤਾਂ ਜਦੋਂ ਸੰਸਦ ਦੇ ਵਿੱਚ ਜਾਂਦੇ ਦਿਖਾਉਂਦੇ ਨੇ ਉਹਨਾਂ ਨੂੰ, ਤਾਂ ਉਹਨਾਂ ਦੇ ਹੱਥ ਦੇ ਵਿੱਚ ਇੱਕ ਛੋਟਾ ਜਿਹਾ ਪਾਰਸਲ ਟਾਈਪ ਇੱਕ ਬਾਕਸ ਕਹਿ ਸਕਦੇ ਹਾਂ ਆਪਾਂ, ਤੇ ਉਹਦੇ ਉੱਪਰ ਰਾਸ਼ਟਰੀ ਚਿੰਨ੍ਹ ਜਿਹੜਾ ਉਹ ਬਣਿਆ ਹੋਇਆ ਸੀ। ਠੀਕ ਹੈ, ਤਾਂ ਉਹਦੇ ਵਿੱਚ ਸੀ ਉਹ ਟੈਬ ਜਿਸ ਦੇ ਵਿੱਚ ਇੰਡੀਆ ਦਾ 2021 ਦਾ ਤੇ 2022 ਦਾ ਬਜਟ ਸੀ। ਠੀਕ ਹੈ, ਇੱਕ ਨਜ਼ਰ ਆਪਾਂ ਉਸ ਨੂੰ ਵੀ ਦੇਖ ਲੈਂਦੇ ਹਾਂ। ਹਾਂਜੀ, ਹੇਅਰ ਇਟ ਇਜ਼, ਤੁਸੀਂ ਦੇਖ ਸਕਦੇ ਹੋ ਕਿ ਰਾਸ਼ਟਰੀ ਚਿੰਨ੍ਹ ਬਣਿਆ ਹੋਇਆ ਵਾ। ਠੀਕ ਹੈ, ਇਸ ਬਾਕਸ ਦੇ ਉੱਪਰ ਰੈੱਡ ਕਲਰ ਦਾ ਜਿਹੜਾ ਬਾਕਸ ਹੈ। ਓਕੇ ਜੀ, ਅਗਲਾ ਜਿਹੜਾ ਸਾਡਾ ਕੁਐਸਚਨ ਹੈ ਜੀ ਉਹ ਇਹ ਹੈ ਕਿ ਪਹਿਲੀ ਵਾਰ ਜਿਹੜਾ ਭਾਰਤ ਦਾ ਬਜਟ, ਮਤਲਬ ਆਜ਼ਾਦ ਭਾਰਤ ਦਾ ਪਹਿਲਾ ਬਜਟ ਕਦੋਂ ਪੇਸ਼ ਹੋਇਆ ਸੀ? ਫਸਟ ਬਜਟ ਆਫ ਇੰਡੀਆ, ਇਹ ਪੇਸ਼ ਹੋਇਆ ਸੀ ਜੀ 26 ਨਵੰਬਰ 1947। ਓਕੇ, ਨੈਕਸਟ ਜਿਹੜਾ ਸਾਡਾ ਬਜਟ 1 ਫਰਵਰੀ ਨੂੰ ਪੇਸ਼ ਹੋਇਆ, ਉਹਦੀਆਂ ਮੁੱਖ ਵਿਸ਼ੇਸ਼ਤਾਵਾਂ ਕਿਹੜੀਆਂ ਨੇ ਉਹ ਦੇਖਦੇ ਹਾਂ ਆਪਾਂ। ਫਸਟ ਨੰਬਰ ਇਜ਼ 100 ਆਰਮੀ ਸਕੂਲਸ ਵਿਲ ਬੀ ਓਪਨ, ਬਟ ਕੰਡੀਸ਼ਨ ਕੀ ਰਹੇਗੀ? PPP ਦੀ ਕੰਡੀਸ਼ਨ ਰਹੇਗੀ। ਇਹ ਕੰਡੀਸ਼ਨ ਕੀ ਹੈ ਜੀ? ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ। ਇਸ ਦੇ ਵਿੱਚ ਸਰਕਾਰ ਦਾ ਵੀ ਯੋਗਦਾਨ ਰਹੇਗਾ, ਇਸ ਦੇ ਨਾਲ ਨਾਲ ਜਿਹੜੀਆਂ ਨੌਨ ਗਵਰਨਮੈਂਟ ਏਜੰਸੀਜ਼ ਨੇ, ਠੀਕ ਹੈ, ਉਹਨਾਂ ਦਾ ਵੀ ਯੋਗਦਾਨ ਰਹੇਗਾ, ਤੇ ਦੋਨਾਂ ਦੀ ਪਾਰਟਨਰਸ਼ਿਪ ਤੇ ਆਧਾਰਿਤ ਹੋਣਗੇ ਇਹ ਆਰਮੀ ਸਕੂਲ। ਠੀਕ ਹੈ ਜੀ, 100 ਆਰਮੀ ਸਕੂਲ ਖੋਲੇ ਜਾਣਗੇ। ਇਸ ਤੋਂ ਬਾਅਦ ਸਭ ਤੋਂ ਇੰਪੋਰਟੈਂਟ, ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ ਐਜੂਕੇਸ਼ਨ ਡਿਪਾਰਟਮੈਂਟ ਦੇ ਨਾਲ ਜੁੜਿਆ ਹੋਇਆ। ਸੈਂਟਰਲ ਯੂਨੀਵਰਸਿਟੀ ਵਿਲ ਬੀ ਓਪਨ ਇਨ ਲੇਹ, ਜਿਹੜਾ ਲੇਹ ਲਦਾਖ ਦਾ ਇਲਾਕਾ, ਠੀਕ ਹੈ, ਉੱਥੋਂ ਦੇ ਇਲਾਕੇ ਦੇ ਲਈ ਲੇਹ ਦੇ ਵਿੱਚ ਇੱਕ ਸੈਂਟਰਲ ਜਿਹੜਾ ਵਿਸ਼ਵ ਵਿਦਿਆਲਿਆ ਗਾ, ਸੈਂਟਰਲ ਯੂਨੀਵਰਸਿਟੀ ਆ, ਉਹ ਖੋਲੀ ਜਾਏਗੀ। ਓਕੇ, ਨੈਕਸਟ 750 ਏਕਲਵਯ ਸਕੂਲਸ ਟੂ ਬੀ ਸੈਟ ਅਪ ਇਨ ਟਰਾਈਬਲ ਏਰੀਆਸ। ਜਿਹੜੇ ਟਰਾਈਬਲ ਏਰੀਆਸ ਨੇ, ਆਦਿਵਾਸੀ ਕਬੀਲੇ ਵੀ ਕਹਿ ਦਿੰਦੇ ਆ ਉਹਨਾਂ ਨੂੰ, ਉਹਨਾਂ ਦੇ ਵਿੱਚ 750 ਏਕਲਵਯ ਸਕੂਲ ਆ ਜਿਹੜੇ ਉਹ ਖੋਲੇ ਜਾਣਗੇ, ਤੇ ਇਹਨਾਂ ਸਕੂਲਾਂ ਦੇ ਵਿੱਚ ਜਿਹੜੇ ਵਿਦਿਆਰਥੀਆਂ ਦਾ ਰਹਿਣ ਸਹਿਣ ਦਾ ਪ੍ਰਬੰਧ ਵੀ ਹੋਏਗਾ, ਤੇ ਉੱਥੇ ਹੀ ਉਹ ਆਪਣੀ ਪੜ੍ਹਾਈ ਪੂਰੀ ਕਰਨਗੇ। ਠੀਕ ਹੈ, 750 ਇਹਨਾਂ ਦੀ ਜਿਹੜੀ ਗਿਣਤੀ ਆ ਉਹ ਤੁਸੀਂ ਐਗਜ਼ੈਕਟ ਯਾਦ ਰੱਖਣੀ ਆ। ਓਕੇ, ਨੈਕਸਟ ਹੈ ਜੀ ਜੋ ਇੱਕ ਕਾਫੀ ਵਧੀਆ ਛੂਟ ਆਪਾਂ ਕਹਿ ਸਕਦੇ ਹਾਂ ਮਿਲੀ ਹੈਗੀ, ਸੀਨੀਅਰ ਜਿਹੜੇ ਸਿਟੀਜ਼ਨ ਨੇ ਉਹਨਾਂ ਨੂੰ ਮਿਲੀ ਹੈ। ਠੀਕ ਹੈ, ਦੇਖਦੇ ਹਾਂ ਕੀ ਹੈ ਜੀ। ਅਬਵ 75 ਈਅਰਸ senior citizens who get interest at their pensions or saving will not pay tax।
मतलब की मतलब निकलिया ਇਹਦਾ नो IT फाइलिंग फॉर ग्रे हेयर पीपल ਜਿਹੜੇ 75 ਤੋਂ ਜ਼ਿਆਦਾ ਜਿਨ੍ਹਾਂ ਦੀ ਉਮਰ ਹੋ ਚੁੱਕੀ ਹੈ 75 ਸਾਲ ਤੋਂ ਜ਼ਿਆਦਾ ਉਮਰ ਵਾਲੇ ਜਿਹੜੇ ਸੀਨੀਅਰ ਸਿਟੀਜ਼ਨ ਨੇ ਉਹਨਾਂ ਦੇ ਜਿਹੜੇ ਆਪਾਂ ਖਾਤੇ ਦੇ ਵਿੱਚ ਉਹਨਾਂ ਦਾ ਜਿਹੜਾ ਪੈਸਾ ਕਹਿ ਸਕਦੇ ਆਂਗੇ ਉਹਨਾਂ ਦੀ ਜਿਹੜੀ ਪੈਨਸ਼ਨ ਤੇ ਆਧਾਰਿਤ ਹੈ ਠੀਕ ਹੈ ਪੈਨਸ਼ਨ ਤੇ ਆਧਾਰਿਤ ਉਹਨਾਂ ਨੂੰ ਜੋ ਵੀ ਇੰਟਰਸਟ ਲੱਗਦਾ ਵਾ ਜਾਂ ਉਹਨਾਂ ਦੀ ਸੇਵਿੰਗ ਹੈ ਤਾਂ ਉਹਦੇ ਉੱਤੇ ਕੋਈ ਵੀ ਟੈਕਸ ਨਹੀਂ ਲੱਗੇਗਾ ਠੀਕ ਹੈ ਇਹ ਯਾਦ ਰੱਖਣਾ ਤੁਸੀਂ ਉਹਨਾਂ ਦੀ ਏਜ 70 ਪਲੱਸ ਦੇ ਲਈ ਹੈ ਇਹ ਸੁਵਿਧਾ ਓਕੇ ਜੀ ਨੈਕਸਟ ਦੇਖਦੇ ਹਾਂ ਆਪਾਂ ਨੰਬਰ 4 ਬੇਸਡ ਔਨ 6 ਪਿਲਰਸ ਇਹ ਜਿਹੜਾ ਬਜਟ ਹੈ 2021-22 ਦਾ ਇਹ 6 ਪਿਲਰਸ ਦੇ ਉੱਪਰ ਆਧਾਰਿਤ ਹੈ ਕਿਹੜੇ ਕਿਹੜੇ ਪਿਲਰ ਨੇ ਉਹ ਦੇਖਦੇ ਹਾਂ ਆਪਾਂ ਇਹਦਾ ਨਾਮ ਤੁਸੀਂ ਯਾਦ ਰੱਖਣਾ ਕਿਉਂਕਿ ਇਸ ਤਰ੍ਹਾਂ ਪੁੱਛਿਆ ਜਾ ਸਕਦਾ ਕਿ ਕਿਹੜਾ ਪਿਲਰ ਨਹੀਂ ਹੈਗਾ ਇਹਨਾਂ ਦੇ ਵਿੱਚੋਂ ਠੀਕ ਹੈ ਸੋ ਹੈਲਥ ਐਂਡ ਵੈਲਬੀਂਗ second number physical and financial infrastructure third inclusive development for aspirational India fourth reinvigorating human capital fifth innovation and research and development ਇੱਥੇ ਨੋਟ ਕਰ ਲਿਓ research and development okay and the last is minimum government maximum governance ਓਕੇ ਇਹ ਸਾਰੇ 6 ਤੇ 6 ਤੁਸੀਂ ਯਾਦ ਰੱਖਣੇ ਆ ਐਜ਼ ਇਟ ਇਜ਼ ਓਕੇ ਜੀ ਨੈਕਸਟ ਹੈ ਸਾਡਾ ਨੈਸ਼ਨਲ ਰਿਸਰਚ ਫਾਊਂਡੇਸ਼ਨ ਜਿਹੜੀ ਨੈਸ਼ਨਲ ਰਿਸਰਚ ਫਾਊਂਡੇਸ਼ਨ ਹੈ ਉਹਦੇ ਲਈ ਕਿੰਨੀ ਰਾਸ਼ੀ ਰੱਖੀ ਗਈ ਹੈ ਜੀ 50,000 ਕਰੋੜ 50,000 ਕਰੋੜ ਨੈਕਸਟ ਸੈਂਸਸ 2021 ਜਿਹੜੀ 2021 ਦੇ ਵਿੱਚ ਹੋਣ ਵਾਲੀ ਜਨਗਣਨਾ ਹੈ ਉਹਦੇ ਨਾਲ ਸੰਬੰਧਿਤ ਕਿਹੜੀਆਂ ਨਵੀਆਂ ਚੀਜ਼ਾਂ ਸਾਨੂੰ ਦੇਖਣ ਨੂੰ ਮਿਲਣਗੀਆਂ ਉਹ ਦੇਖਦੇ ਹਾਂ ਹਾਂਜੀ ਜਨਗਣਨਾ 2021 ਜੋ ਕਿ 8th ਸੈਂਸਸ ਹੋਏਗੀ ਮਤਲਬ ਆਜ਼ਾਦ ਭਾਰਤ ਦੀ 8ਵੀਂ ਜਨਗਣਨਾ ਹੋਏਗੀ ਵਿਲ ਬੀ ਦਾ ਫਰਸਟ ਡਿਜੀਟਲ ਸੈਂਸਸ ਹੁਣ ਇਹ ਦੋ ਚੀਜ਼ਾਂ ਯਾਦ ਰੱਖਣੀਆਂ ਇਹ 2021 ਦੇ ਵਿੱਚ ਹੀ ਪਹਿਲਾ ਡਿਜੀਟਲ ਪੇਪਰਲੈਸ ਜਿਹੜਾ ਬਜਟ ਹੈ ਪੇਸ਼ ਹੋਇਆ ਤੇ ਦੂਸਰੀ ਗੱਲ ਹੈ ਕਿ 2021 ਦੇ ਵਿੱਚ ਹੀ ਪਹਿਲੀ ਡਿਜੀਟਲ ਜਨਗਣਨਾ ਕੀਤੀ ਜਾਏਗੀ ਠੀਕ ਹੈ ਤੇ ਕਿੰਨਵੀਂ ਜਨਗਣਨਾ ਹੋਏਗੀ ਆਜ਼ਾਦ ਭਾਰਤ ਦੀ ਇਹ ਪਹਿਲੀ ਆਜ਼ਾਦ ਭਾਰਤ ਦੀ ਇਹ ਪਹਿਲੀ ਡਿਜੀਟਲ ਸੈਂਸਸ ਹੋਏਗੀ ਜਦ ਕਿ ਟੋਟਲ ਨੰਬਰ ਦੇਖੀਏ ਤਾਂ ਆਪਾਂ 8ਵੀਂ ਹੈ ਜੀ ਇਹ ਠੀਕ ਹੈ ਡਿਜੀਟਲ ਪਹਿਲੀ ਹੋਏਗੀ ਕਲੀਅਰ ਤੇ ਇਹਦੇ ਤੇ ਜਿਹੜੇ ਕੁੱਲ ਆਪਾਂ ਨੂੰ ਪੈਸੇ ਮਿਲੇ ਨੇ ਆਪਾਂ ਨੂੰ ਤਾਂ ਖੈਰ ਕਾਹਨੂੰ ਮਿਲੇ ਨੇ ਤਾਂ ਇਹਦੇ ਉੱਤੇ ਜਿਹੜੇ ਖਰਚ ਕੀਤੇ ਜਾਣਗੇ ਉਹ ਨੇ ਜੀ 3768 ਕਰੋੜ ਕਲੀਅਰ ਐਨੀ ਮਨੀ ਹੈ ਜਿਹੜੀ ਇਹ ਤੇ ਡਿਸਬਰਸ ਕੀਤੀ ਜਾਏਗੀ ਇਜ਼ ਦੈਟ ਕਲੀਅਰ ਨੈਕਸਟ ਵਨ ਨਿਊ ਹੈਲਥ ਸੈਂਟਰ ਯੂਨਿਟਸ ਇਹਦੇ ਨਾਲ ਯੂਨਿਟ ਵਰਡ ਐਡ ਕਰ ਲਿਓ ਠੀਕ ਹੈ ਨਿਊ ਹੈਲਥ ਸੈਂਟਰ ਯੂਨਿਟ ਕਿੰਨੇ ਖੋਲੇ ਜਾਣਗੇ ਜੀ 17,000 ਤੇ ਇਹਨਾਂ ਲਈ ਕਿੰਨੀ ਮਨੀ ਹੈ 2.23 ਲੱਖ ਕਰੋੜ ਓਕੇ ਇਹ ਜਿਹੜੇ ਡਾਟਾ ਨੇ ਇਹ ਤੁਸੀਂ ਯਾਦ ਰੱਖਣੇ ਕਿਉਂਕਿ ਇਸ ਤਰ੍ਹਾਂ ਦਾ ਕੁਐਸਚਨ ਵੀ ਆ ਸਕਦਾ ਹੈ ਤੇ ਸਪੈਸ਼ਲੀ ਜਿਹੜਾ ਆ ਕੁਐਸਚਨ ਹੈ ਵੈਰੀ ਵੈਰੀ ਇੰਪੋਰਟੈਂਟ ਕਰੋਨਾ ਵੈਕਸੀਨ ਜਿਹੜੀ ਕਰੋਨਾ ਵੈਕਸੀਨ ਹੈ ਉਹਦੇ ਲਈ ਅਲੱਗ ਤੋਂ 35,000 ਕਰੋੜ ਜਿਹੜੇ ਰੁਪਏ ਨੇ ਉਹ ਅਲੱਗ ਰੱਖੇ ਗਏ ਨੇ ਠੀਕ ਹੈ ਤਾਂ ਕਿ ਕਿਸੇ ਤਰ੍ਹਾਂ ਦਾ ਵੀ ਜਿਹੜਾ ਵੀ ਕੋਈ ਵੀ ਖਤਰਾ ਇਸ ਤਰ੍ਹਾਂ ਦਾ ਸਾਡੇ ਸਾਹਮਣੇ ਆ ਸਕਦਾ ਤਾਂ ਉਹਦਾ ਸਾਹਮਣਾ ਆਸਾਨੀ ਨਾਲ ਕੀਤਾ ਜਾ ਸਕੇ ਜਿਹੜੀ ਵੈਕਸੀਨ ਚੱਲ ਰਹੀ ਹੈ ਮੇਨਲੀ 2 ਚੱਲ ਰਹੀਆਂ ਨੇ ਤਾਂ ਉਹਦੇ ਲਈ ਅਲੱਗ ਤੋਂ ਕਿੰਨੇ ਰੱਖੇ ਨੇ ਜੀ 35,000 ਕਰੋੜ ਓਕੇ ਨੈਕਸਟ ਦੇਖੋ 8th ਨੰਬਰ ਪੁਆਇੰਟ ਹੈ ਜਿਹੜਾ ਇਹਨੂੰ ਧਿਆਨ ਨਾਲ ਕਰ ਲਿਓ ਕਿਉਂਕਿ ਪੂਰੇ ਬਜਟ ਦੇ ਵਿੱਚ ਆਲਮੋਸਟ ਜਿੰਨਾ ਵੀ ਲੈਕਚਰਸ ਮੈਂ ਦੇਖਿਆਗਾ ਠੀਕ ਹੈ ਜਾਂ ਜਿੰਨੀ ਵੀ ਸਟੱਡੀ ਕੀਤੀ ਉਹਦੇ ਅਕੋਰਡਿੰਗ ਸਭ ਤੋਂ ਵੱਧ ਜਿਹੜਾ ਸ਼ਬਦ ਦਾ ਯੂਜ਼ ਹੋਇਆ ਤਾਂ ਉਹ ਇਹੋ ਹੋਇਆ ਆਤਮ ਨਿਰਭਰ ਭਾਰਤ ਯੋਜਨਾ ਬਾਰ-ਬਾਰ ਹਰ ਇੱਕ ਚੀਜ਼ ਦੇ ਵਿੱਚ ਇਹਨੂੰ ਐਡ ਕੀਤਾ ਹੋਇਆ ਇਜ਼ ਕਾਲਡ ਮਿਨੀ ਬਜਟ ਬਾਈ ਨਿਰਮਲਾ ਸੀਤਾਰਮਨ ਅਗੇਨ ਵੈਰੀ ਇੰਪੋਰਟੈਂਟ ਕੁਐਸਚਨ ਜਿਹੜਾ ਆਤਮ ਨਿਰਭਰ ਭਾਰਤ ਯੋਜਨਾ ਗੀ ਉਸਨੂੰ ਕਾਹਦਾ ਨਾਮ ਦਿੱਤਾ ਗਿਆ ਹੈ ਜੀ ਮਿਨੀ ਬਜਟ ਦਾ ਵੈਰੀ ਇੰਪੋਰਟੈਂਟ ਕੁਐਸਚਨ ਮਿਨੀ ਬਜਟ ਕਹਿ ਕੇ ਇਹਨੂੰ ਪੁਕਾਰਿਆ ਹੈ ਕਿਸਨੇ ਜੀ ਜਿਹੜੇ ਸਾਡੇ ਫਾਈਨੈਂਸ ਮਿਨਿਸਟਰ ਨੇ ਵਿੱਤ ਮੰਤਰੀ ਨੇ ਨਿਰਮਲਾ ਸੀਤਾਰਮਨ ਓਕੇ ਨੈਕਸਟ ਨਿਊ ਕਸਟਮ ਡਿਊਟੀ ਵਿਲ ਸਟਾਰਟ ਫਰੋਮ 1 ਅਕਤੂਬਰ 2021 ਇਹ ਤਾਂ ਸਾਰਿਆਂ ਨੂੰ ਪਤਾ ਹੋਏਗਾ 1 ਅਕਤੂਬਰ 2021 ਤੋਂ ਸ਼ੁਰੂ ਹੋਵੇਗੀ ਜਿਹੜੀ ਨਵੀਂ ਕਸਟਮ ਡਿਊਟੀ ਹੈ ਠੀਕ ਹੈ ਅਗਲਾ ਜੀ ਡਿਸਬਰਸ ਔਨ ਰੇਲਵੇ 1.1 ਲੱਖ ਕਰੋੜ ਇਹ ਰਾਸ਼ੀ ਵੀ ਯਾਦ ਰੱਖ ਲੈਣੀ ਹੈ ਸਪੈਸ਼ਲੀ ਰੇਲਵੇ ਦੇ ਲਈ ਕਿੰਨਾ ਦਿੱਤੀ ਹੋਈ ਹੈ ਰਾਸ਼ੀ ਜੀ 1.1 ਲੱਖ ਕਰੋੜ ਓਕੇ ਨੈਕਸਟ ਦੇਖਦੇ ਹਾਂ ਇੱਕ ਚੀਜ਼ ਹੋਰ ਨੋਟ ਕਰਨ ਵਾਲੀ ਹੈ ਜੀ ਪਲੀਜ਼ ਨੋਟ ਇਟ there is no word like budget
in our constitution, but annual financial statement is written for this purpose. ਬਜਟ ਨਾਂ ਦਾ ਕੋਈ ਵੀ ਸ਼ਬਦ ਸਾਡੇ ਸੰਵਿਧਾਨ ਦੇ ਵਿੱਚ ਨਹੀਂ ਮਿਲਦਾ ਹੈ, ਤਾਂ ਫਿਰ ਬਜਟ ਜਿਹੜਾ ਬਣਾਇਆ ਜਾਂਦਾ ਹੈ ਇਸ ਦਾ ਸਾਨੂੰ ਕਿਸ ਤਰ੍ਹਾਂ ਪੁਸ਼ਟੀ ਹੋਏਗੀ, ਕਿ ਕਿਸ ਤਰ੍ਹਾਂ ਸਾਨੂੰ ਪਤਾ ਲੱਗੇਗਾ ਕਿ ਸੰਵਿਧਾਨ ਇਹਦੀ ਪੁਸ਼ਟੀ ਕਰ ਰਿਹਾ ਜਾਂ ਨਹੀਂ। ਤਾਂ ਉੱਥੇ ਸਾਨੂੰ ਸ਼ਬਦ ਮਿਲਦੇ ਨੇ ਵਾਰਸ਼ਿਕ ਵਿੱਤੀ ਵਿਵਰਣ, ਵਾਰਸ਼ਿਕ ਵਿੱਤੀ ਵਿਵਰਣ, ਜਿਸ ਨੂੰ ਕਿਹਾ ਜਾਂਦਾ ਹੈ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ। ਇਸੇ ਨੂੰ ਹੀ ਕੀ ਕਹਿ ਲੈਂਦੇ ਆਪਾਂ ਸਧਾਰਨ ਭਾਸ਼ਾ ਦੇ ਵਿੱਚ ਬਜਟ। ਕਿਹੜੇ ਆਰਟੀਕਲ ਵਿੱਚ ਹੈ? ਆਰਟੀਕਲ 112 112 ਦੇ ਵਿੱਚ। ਠੀਕ ਹੈ। ਨੈਕਸਟ ਕੁਐਸਚਨ ਅਗੇਨ ਸਾਡਾ ਰੇਲਵੇ ਨਾਲ ਰਿਲੇਟ ਕਰ ਰਿਹਾ। 100% ਇਲੈਕਟ੍ਰੀਫਿਕੇਸ਼ਨ ਆਫ ਰੇਲਵੇਜ਼ ਟੂ ਬੀ ਕੰਪਲੀਟਡ ਬਾਏ 2023 2023 ਤੱਕ ਜਿਹੜੇ ਬ੍ਰੌਡ ਗੇਜ ਵਾਲੇ ਰੂਟਸ ਨੇ ਉਹਨਾਂ ਸਾਰਿਆਂ ਦਾ 100% ਇਲੈਕਟ੍ਰੀਫਿਕੇਸ਼ਨ ਕਰ ਦਿੱਤਾ ਜਾਵੇਗਾ। ਇਹ ਈਅਰ ਯਾਦ ਰੱਖਣਾ ਬਹੁਤ ਜ਼ਰੂਰੀ ਹੈ। 2023 ਤੱਕ ਕਰਨ ਦਾ ਜਿਹੜਾ ਮੇਨ ਉਹਨਾਂ ਨੇ ਸਾਡੇ ਸਾਹਮਣੇ ਰੱਖਿਆ ਵੀ ਹਾਂ 2023 ਤੱਕ ਇਹ ਇਲੈਕਟ੍ਰੀਫਿਕੇਸ਼ਨ ਹੋ ਜਾਏਗਾ। ਠੀਕ ਹੈ, ਕਿਹਦਾ? ਬ੍ਰੌਡ ਗੇਜ ਵਾਲੇ ਰੂਟਸ ਦਾ। ਓਕੇ ਜੀ। ਨੈਕਸਟ ਸਾਡਾ ਕੁਐਸਚਨ ਹੈ, ਸੌਰੀ ਇੱਕ ਕੁਐਸਚਨ ਹੋਰ ਨੋਟ ਕਰ ਲਿਓ ਇਹਦੇ ਨਾਲ 11th ਨੰਬਰ ਦੇ ਨਾਲ, ਕਿ 2023 ਤੱਕ ਤਾਂ ਇਹ ਕਿਹਾ, ਨਾਲ ਦੀ ਨਾਲ 2030 ਤੱਕ ਦਾ ਜਿਹੜਾ ਰੇਲਵੇ ਪਲਾਨ ਆ ਉਹ ਤਿਆਰ ਹੋ ਚੁੱਕਿਆ। 2030 ਤੱਕ ਦਾ ਜਿਹੜਾ ਰੇਲਵੇ ਪਲਾਨ ਆ ਉਹ ਆਲਰੇਡੀ ਬਜਟ ਦੇ ਵਿੱਚ ਇਹਦੀ ਘੋਸ਼ਣਾ ਕਰ ਦਿੱਤੀ ਗਈ ਹੈ ਕਿ 2030 ਤੱਕ ਦਾ ਜਿਹੜਾ ਰੇਲਵੇ ਪਲਾਨ ਆ ਸਾਰਾ ਉਹ ਤਿਆਰ ਹੋ ਚੁੱਕਿਆ। ਕਲੀਅਰ। ਨੈਕਸਟ ਨੰਬਰ, ਪ੍ਰਧਾਨ ਮੰਤਰੀ ਉਜਵਲ ਯੋਜਨਾ LPG ਸਕੀਮ ਕਹਿ ਰਹੇ ਹਾਂ ਜਿਹਨੂੰ ਆਪਾਂ, ਟੂ ਬੀ ਐਕਸਟੈਂਡਡ ਟੂ ਕਵਰ 1 ਕਰੋੜ ਮੋਰ ਬੈਨੀਫੀਸ਼ੀਅਰਸ। ਠੀਕ ਹੈ, ਆਲਰੇਡੀ ਇਹ ਚੱਲ ਰਹੀ ਹੈ ਤੇ ਇਹਦੇ ਸੰਬੰਧ ਵਿੱਚ ਕਿਹਾ ਗਿਆ ਕਿ ਇਹ 1 ਕਰੋੜ ਹੋਰ ਜ਼ਿਆਦਾ ਜਿਹੜੇ ਲਾਭਪਾਤਰੀ ਆ ਉਹਨਾਂ ਨੂੰ ਕਵਰ ਕਰੇਗੀ, ਯਾਨੀ ਕਿ 1 ਕਰੋੜ ਹੋਰ ਜਿਹੜੇ ਲਾਭਪਾਤਰੀ ਹੈਗੇ ਉਹਨਾਂ ਨੂੰ ਸ਼ਾਮਿਲ ਕੀਤਾ ਜਾਵੇਗਾ ਇਸ ਯੋਜਨਾ ਦੇ ਅਧੀਨ। ਠੀਕ ਹੈ। ਨੈਕਸਟ ਐਗਰੀਕਲਚਰ ਨਾਲ ਰਿਲੇਟਡ ਦੇਖਦੇ ਹਾਂ ਕੀ ਹੈ ਜੀ। ਫਸਟ ਵਨ ਇਜ਼ 1000 more mandis to be integrated into the E-NAM marketplace। E-NAM marketplace ਆ ਜਿਹੜੀ ਉਹਦੇ ਵਿੱਚ 1000 ਜਿਹੜੀਆਂ ਨਵੀਆਂ ਹੋਰ ਮੰਡੀਆਂ ਗਈਆਂ ਉਹਨੂੰ ਸ਼ਾਮਿਲ ਕੀਤਾ ਗਿਆ। ਠੀਕ ਹੈ। ਨੈਕਸਟ 5 ਮੇਜਰ ਫਿਸ਼ਿੰਗ ਹਬਸ। 5 ਮੇਜਰ ਫਿਸ਼ਿੰਗ ਹਬਸ। ਹਾਂਜੀ, ਇਹ ਜਿਹੜੇ 5 ਫਿਸ਼ਿੰਗ ਹਬਸ ਨੇ ਇਹਦੇ ਵਿੱਚ ਕਿਹਨੂੰ ਕਿਹਨੂੰ ਸ਼ਾਮਿਲ ਕੀਤਾ ਜਾਏਗਾ? ਕੋਚੀ, ਚੇਨਈ ਐਂਡ ਪ੍ਰਦੀਪ ਨੂੰ। ਇਹ ਨਾਮ ਤਿੰਨੇ ਚੀਜ਼ ਤੁਸੀਂ ਯਾਦ ਰੱਖਣੀ ਹੈ, ਟੂ ਬੀ ਡਿਵੈਲਪ। ਠੀਕ ਹੈ। ਇਹ ਜਿਹੜੀਆਂ 5 ਮੇਜਰ ਫਿਸ਼ਿੰਗ ਹਬਸ ਆ ਉਹ ਡਿਵੈਲਪ ਕੀਤੀਆਂ ਜਾਣਗੀਆਂ। ਨੈਕਸਟ, ਅ ਮਲਟੀਪਰਪਜ਼ ਸੀਵੀਡ ਪਾਰਕ ਟੂ ਬੀ ਇਸਟੈਬਲਿਸ਼ਡ ਇਨ ਤਾਮਿਲਨਾਡੂ। ਤਾਮਿਲਨਾਡੂ ਦੇ ਵਿੱਚ ਜਿਹੜਾ ਸੀਵੀਡ ਪਾਰਕ ਹੈ ਉਹ ਇਸਟੈਬਲਿਸ਼ ਕੀਤਾ ਜਾਵੇਗਾ। ਨੈਕਸਟ, ਐਗਰੀਕਲਚਰਲ ਇਨਫਰਾਸਟਰਕਚਰਸ ਫੰਡ ਟੂ ਬੀ ਮੇਡ ਅਵੇਲੇਬਲ ਫॉर APMCs। ਠੀਕ ਹੈ। APMCs ਦੇ ਲਈ ਜਿਹੜਾ ਵੀ ਐਗਰੀਕਲਚਰ ਫੰਡ ਹੋਏਗਾ, ਇਨਫਰਾਸਟਰਕਚਰ ਫੰਡ ਹੋਏਗਾ, ਉਹ ਸਾਰਾ ਹੀ ਅਵੇਲੇਬਲ ਕਰਾਇਆ ਜਾਵੇਗਾ ਟੋਟਲੀ ਫॉर APMCs। ਠੀਕ ਹੈ ਜੀ। ਅਗਲਾ ਸਾਡਾ ਕੁਐਸਚਨ ਹੈ ਜੀ, ਟੋਟਲ ਬਜਟ ਕਿੰਨੇ ਦਾ? ਟੋਟਲ ਬਜਟ ਹੈ ਜਿਹੜਾ ਜੀ ਉਹ ਹੈ 34.50 ਲੱਖ ਕਰੋੜ। ਯਾਦ ਰੱਖਣਾ ਬਹੁਤ ਜ਼ਰੂਰੀ ਹੈ। 34.50 ਲੱਖ ਕਰੋੜ ਦਾ ਟੋਟਲ ਬਜਟ ਹੈ, ਜਿਸ ਦੇ ਵਿੱਚੋਂ ਐਮਰਜੈਂਸੀ ਫੰਡ ਦੇ ਲਈ ਹੈ ਜੀ, ਐਮਰਜੈਂਸੀ ਫੰਡ ਜੋ ਕਿ ਆਰਟੀਕਲ 267 ਦੇ ਅਧੀਨ ਹੈ, 267 ਨੰਬਰ ਅਨੁਛੇਦ ਦੇ ਅਧੀਨ ਇਸ ਦੀ ਵਿਵਸਥਾ ਹੈਗੀ, ਤਾਂ ਉਹਦੇ ਲਈ ਰੱਖਿਆ ਗਿਆ ਹੈ ਜੀ 30,000 ਕਰੋੜ। ਠੀਕ ਹੈ। ਕੈਪੀਟਲ ਬਜਟ ਹੈ ਜਿਹੜਾ ਉਹ ਹੈ ਜੀ 5.54 ਲੱਖ ਕਰੋੜ, 5.54 ਲੱਖ ਕਰੋੜ। ਠੀਕ ਹੈ। ਨੈਕਸਟ, ਪਬਲਿਕ ਹੈਲਥ। ਪਬਲਿਕ ਹੈਲਥ ਵੈਸੇ ਆਪਾਂ ਪਹਿਲਾਂ ਵੀ ਗੱਲ ਕਰ ਲਈ ਕਿ 17 ਨਿਊ ਪਬਲਿਕ ਹੈਲਥ ਯੂਨਿਟਸ ਨੇ ਜਿਹੜੀਆਂ ਉਹ ਸਥਾਪਿਤ ਕੀਤੀਆਂ ਜਾਣਗੀਆਂ, ਤੇ ਇਸ ਦੇ ਨਾਲ ਨਾਲ 2 ਮੋਬਾਈਲ ਹਸਪੀਟਲ ਹੋਣਗੇ। ਵੈਰੀ ਇੰਪੋਰਟੈਂਟ ਕੁਐਸਚਨ, ਇਹਨਾਂ ਦੇ ਵਿੱਚੋਂ ਬਹੁਤ ਇੰਪੋਰਟੈਂਟ ਕੁਐਸਚਨ ਬਣਦੇ ਨੇ। ਹਾਂਜੀ, ਕਿੰਨੇ ਮੋਬਾਈਲ ਹਸਪੀਟਲ ਹੋਣਗੇ? 2 ਮੋਬਾਈਲ ਹਸਪੀਟਲ। 15 ਐਮਰਜੈਂਸੀ ਆਪਰੇਸ਼ਨ ਸੈਂਟਰ, 15 ਐਮਰਜੈਂਸੀ ਆਪਰੇਸ਼ਨ ਸੈਂਟਰ। ਠੀਕ ਹੈ। ਆਮ ਨਹੀਂ ਹੈਗੇ ਇਹ, ਜਦੋਂ ਵੀ ਕੋਈ ਐਮਰਜੈਂਸੀ ਪੈਂਦੀ ਹੈ ਉਹਦੇ ਲਈ। ਨੈਕਸਟ ਹੈ ਜੀ ਕ੍ਰਿਟੀਕਲ ਕੇਅਰ ਹਸਪੀਟਲ। ਠੀਕ ਹੈ। ਆਲਮੋਸਟ ਇਹਦੀ ਕਿੰਨੀ ਵਿਵਸਥਾ ਹੋਊਗੀ ਇਹ ਨਹੀਂ ਪਤਾ, ਫਿਲਹਾਲ ਆਪਾਂ ਇੱਕ ਮੰਨ ਕੇ ਚੱਲਦੇ ਹਾਂ। ਕ੍ਰਿਟੀਕਲ ਕੇਅਰ ਹਸਪੀਟਲ ਵੀ ਓਪਨ ਕੀਤੇ ਜਾਣਗੇ, ਤੇ ਨਾਲ ਦੀ ਨਾਲ ਜੀ 4 ਲੈਬੋਰਟਰੀਜ਼। ਸਾਰੇ ਵੀ ਜਿਹੜੇ ਵਿਸ਼ਾਣੂ ਜੀਵਾਣੂ ਵਾਲੇ ਜਿੰਨੇ ਵੀ ਇਸ ਤਰ੍ਹਾਂ ਦਾ ਕੋਈ ਡਿਸੀਜ਼ ਸਾਹਮਣੇ ਆਉਂਦੀ ਹੈ ਤਾਂ ਉਹਦੇ ਸੰਬੰਧੀ ਪੂਰੀ ਘੋਖ ਪੜਤਾਲ ਕਰਨ ਦੇ ਲਈ 4 ਲੈਬੋਰਟਰੀਜ਼ ਵੀ ਸਥਾਪਿਤ ਕੀਤੀਆਂ ਜਾਣਗੀਆਂ। ਓਕੇ। ਨੈਕਸਟ ਇਜ਼ ਅਗੇਨ ਵੈਰੀ ਇੰਪੋਰਟੈਂਟ, ਨਿਮੋਕੋਲ ਕੰਜੂਗੇਟ ਵੈਕਸੀਨ। ਇਹ ਵੈਕਸੀਨ ਦਾ ਨਾਮ ਆ
ਜਿਸ ਨੂੰ PCV ਦੇ ਨਾਮ ਨਾਲ ਜਾਣਿਆ ਜਾਂਦਾ, ਵਿਲ ਬੀ ਇੰਟਰੋਡਿਊਸਡ ਇਨ ਆਲ ਸਟੇਟਸ ਟੂ ਸੇਵ 50,000 ਚਿਲਡਰਨਸ ਲਾਈਵਸ। ਠੀਕ ਹੈ, ਘੱਟੋ ਘੱਟ ਜਿਹੜੇ 50,000 ਬੱਚੇ ਆ ਉਹਨਾਂ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ। ਜਿਹੜਾ PCV ਵੈਕਸੀਨ ਆ ਜਿਹੜਾ, ਠੀਕ ਹੈ, ਇੰਜੈਕਸ਼ਨ ਆ, ਜੇ ਉਹਨੂੰ ਹਰ ਇੱਕ ਸਟੇਟ ਦੇ ਵਿੱਚ ਇੰਟਰੋਡਿਊਸ ਕੀਤਾ ਜਾਵੇਗਾ। ਤਾਂ ਪਹਿਲਾਂ ਇਹ ਸਿਰਫ 5 ਦੇ ਵਿੱਚ ਸੀ, 5 ਸਟੇਟਾਂ ਦੇ ਵਿੱਚ ਸੀ, 5 ਰਾਜਾਂ ਦੇ ਵਿੱਚ ਸੀ, ਅਤੇ ਹੁਣ ਬਜਟ ਦੇ ਵਿੱਚ ਕੀ ਕਿਹਾ ਗਿਆ ਹੈ, ਜਿਹੜੀ ਫਾਈਨੈਂਸ ਮਿਨਿਸਟਰ ਉਹਨਾਂ ਨੇ ਕਿਹਾ ਹੈ ਕਿ ਇਹ ਸਾਰੇ ਪੂਰੇ ਭਾਰਤ ਰਾਜ ਦੇ ਵਿੱਚ ਇਹ ਅਵੇਲੇਬਲ ਹੋਏਗਾ। ਠੀਕ ਹੈ, ਪਹਿਲਾਂ ਕਿਹਦੇ ਵਿੱਚ ਸੀ ਦੇਖ ਲੈਂਦੇ ਹਾਂ ਜੀ ਆਪਾਂ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ ਐਂਡ ਮੱਧ ਪ੍ਰਦੇਸ਼। ਠੀਕ ਹੈ, ਅਤੇ ਇਹ ਕੀ ਤੋਂ ਬਚਾਉਂਦਾ ਜੀ, ਇਹ ਬੱਚਿਆਂ ਨੂੰ ਬਚਾਉਂਦਾ ਹੈ ਨਿਮੋਨੀਆ ਨਾਮ ਦੀ ਬਿਮਾਰੀ ਤੋਂ। ਠੀਕ ਹੈ, ਤਾਂ 50,000 ਤੱਕ ਦੇ ਜਿਹੜੇ ਬੱਚੇ ਦੀ ਗਿਣਤੀ ਆ ਉਹਨੂੰ ਮੌਤ ਤੋਂ ਬਚਾਇਆ ਜਾ ਸਕਦਾ ਹੈ ਇਸ ਇੰਜੈਕਸ਼ਨ ਦੀ ਹੈਲਪ ਦੇ ਨਾਲ। ਓਕੇ, ਨੈਕਸਟ ਵੀ ਵਿਲ ਟਾਕ ਅਬਾਊਟ ਜਲ ਜੀਵਨ ਮਿਸ਼ਨ। ਜਲ ਜੀਵਨ ਮਿਸ਼ਨ ਅਰਬਨ, ਸ਼ਹਿਰੀ ਖੇਤਰ ਦੇ ਲਈ, ਏਮਡ ਐਟ ਬੈਟਰ ਵਾਟਰ ਸਪਲਾਈ ਨੇਸ਼ਨ ਵਾਈਡ, ਪੂਰੇ ਨੇਸ਼ਨ ਦੇ ਵਿੱਚ, ਠੀਕ ਹੈ, ਪੂਰੇ ਰਾਜ ਦੇ ਵਿੱਚ ਅਰਬਨ ਖੇਤਰ ਦੇ ਲਈ ਜਿਹੜੀ ਜਲ ਜੀਵਨ ਮਿਸ਼ਨ ਹੈ ਉਹ ਮਿਥਿਆ ਗਿਆ ਹੈ। ਠੀਕ ਹੈ, ਰੁਪੀਜ਼ 2,87,000 ਕਰੋੜ ਇਨ ਨੈਕਸਟ 5 ਈਅਰਸ। ਇਸੇ ਕੰਮ ਦੇ ਲਈ ਕਿੰਨੇ ਜਿਹੜੇ ਪੈਸੇ ਰੁਪਏ ਆ ਉਹ ਰੱਖੇ ਗਏ ਨੇ, ਉਹ ਰੱਖੇ ਗਏ ਨੇ ਜੀ 2,87,000 ਕਰੋੜ। ਠੀਕ ਹੈ, ਆਉਣ ਵਾਲੇ 5 ਸਾਲਾਂ ਦੇ ਵਿੱਚ, ਯਾਨੀ ਕਿ 2026 ਤੱਕ, 2021 ਤੋਂ ਲੈ ਕੇ 2026 ਤੱਕ ਟੋਟਲ ਕਿੰਨੇ ਹੈ ਜੀ, 1,41,678 ਕਰੋੜ ਔਨ ਅਰਬਨ ਸਵੱਛ ਭਾਰਤ ਮਿਸ਼ਨ 2। ਹੁਣ ਇਹ ਪਹਿਲਾਂ ਹੀ ਚੱਲ ਰਿਹਾ, ਠੀਕ ਹੈ, ਤਾਂ ਇਸ ਕਰਕੇ ਇਹਦਾ ਨਾਮ ਕੀ ਹੈ, ਮਿਸ਼ਨ 2 ਹੈ, 2.0। ਠੀਕ ਹੈ, ਇਸ ਤਰ੍ਹਾਂ ਲਿਖਿਆ ਹੋਇਆ ਮਿਸ਼ਨ ਨੰਬਰ 2। ਤਾਂ ਇਹਦੇ ਲਈ ਕਿੰਨੇ ਰੱਖੇ ਗਏ ਨੇ ਅਲੱਗ ਤੋਂ, 1,41,678 ਕਰੋੜ ਰੁਪਏ। ਕਲੀਅਰ। ਨੈਕਸਟ ਹੈ ਜੀ ਸਾਡੇ ਕੋਲੇ ਟੂ ਡੀਲ ਵਿਦ ਏਅਰ ਪੋਲਿਊਸ਼ਨ। ਏਅਰ ਪੋਲਿਊਸ਼ਨ ਹੈ ਜਿਹੜਾ ਜੀ, ਹਵਾ ਦਾ ਪ੍ਰਦੂਸ਼ਣ, ਉਸਨੂੰ ਘੱਟ ਕਰਨ ਦੇ ਲਈ 2,217 ਕਰੋੜ, ਸਪੈਸ਼ਲੀ ਫॉर 42 ਸਿਟੀਜ਼ ਵਿਚ ਹੈਵ ਮੋਰ ਦੈਨ 10 ਲੱਖ ਪੀਪਲ। 1 ਮਿਲੀਅਨ ਤੋਂ ਜ਼ਿਆਦਾ ਵਸੋਂ ਆ ਜਿਹੜੀਆਂ ਸਿਟੀਜ਼ ਦੀ, 42 ਸਿਟੀਜ਼ ਅਜਿਹੀਆਂ ਕੱਢੀਆਂ ਗਈਆਂ ਨੇ ਜਿਨ੍ਹਾਂ ਦੇ ਲਈ ਸਪੈਸ਼ਲੀ ਇਹ ਯਤਨ ਕੀਤੇ ਜਾਣਗੇ ਕਿ ਉੱਥੇ ਏਅਰ ਪੋਲਿਊਸ਼ਨਾਂ ਨੂੰ ਕੰਟਰੋਲ ਕੀਤਾ ਜਾਵੇ। ਅਤੇ ਰਾਸ਼ੀ ਕਿੰਨੀ ਹੈ ਜੀ ਉਸ ਦੇ ਲਈ, 2,217 ਕਰੋੜ। ਓਕੇ, ਨੈਕਸਟ ਹੈ ਜੀ ਸਾਡੇ ਕੋਲੇ PLI ਸਕੀਮ। PLI ਸਕੀਮ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ ਸਕੀਮ for large scale electronics manufacturing, an outlay of rupees 1.97 lakh crore for 13 sectors। 13 ਸੈਕਟਰਾਂ ਦੇ ਲਈ ਜਿਹੜੀ ਇਹ PLI ਸਕੀਮ ਆ ਉਹ ਹੋਏਗੀ। ਪੂਰਾ ਨਾਮ ਦੇਖ ਲਓ ਇਹਦਾ ਕੀ ਹੈ, ਪ੍ਰੋਡਕਸ਼ਨ ਲਿੰਕਡ ਇਨਸੈਂਟਿਵ ਸਕੀਮ। ਠੀਕ ਹੈ, ਕਾਹਦੇ ਨਾਲ ਸੰਬੰਧ ਰੱਖਦੀ ਹੈ ਜੀ, ਇਲੈਕਟ੍ਰੋਨਿਕਸ ਮੈਨੂਫੈਕਚਰਿੰਗ ਦੇ ਨਾਲ। ਇਹ ਚੀਜ਼ ਤੁਸੀਂ ਯਾਦ ਰੱਖਣੀ ਹੈ, ਬਸ ਸੈਕਟਰ ਯਾਦ ਰੱਖਣੇ ਆ ਅਤੇ ਇਹਦੀ ਫੁੱਲ ਫਾਰਮ ਵੀ ਆ ਸਕਦੀ ਹੈ। ਕਲੀਅਰ। ਨੈਕਸਟ ਹੈ ਜੀ ਸਾਡੇ ਕੋਲ, ਇਨ ਦਿਸ ਸਿਸਟਮ ਦ ਸਕੀਮ ਵਿਲ ਮੇਕ ਇੰਡੀਅਨ ਇਕੋਨਮੀ ਟੂ ਰੀਚ 5 ਟ੍ਰਿਲੀਅਨ ਅਮੈਰੀਕਨ ਡਾਲਰ। ਜਿਹੜੀ ਇਹ ਸਕੀਮ ਹੈ ਜੀ, PLI ਸਕੀਮ ਹੈ, ਇਹਦੇ ਥਰੂ ਇਹ ਟੀਚਾ ਮਿਥਿਆ ਗਿਆ ਕਿ ਭਾਰਤ ਦੀ ਜਿਹੜੀ ਇਕੋਨਮੀ ਆ, ਭਾਰਤ ਦੀ ਜਿਹੜੀ ਅਰਥ ਵਿਵਸਥਾ, ਉਹਦੇ ਵਿੱਚ ਸੁਧਾਰ ਹੋਊਗਾ। ਕਿੰਨਾ ਹੋਊਗਾ, ਇਹ ਰੀਚ ਪਹੁੰਚ ਕਰੇਗੀ ਜੀ 5 ਟ੍ਰਿਲੀਅਨ ਅਮੈਰੀਕਨ ਡਾਲਰਸ ਤੱਕ। ਠੀਕ ਹੈ, ਇੰਨਾ ਸੁਧਾਰ ਇਹਦੇ ਵਿੱਚ ਮਿਥਿਆ ਗਿਆ ਕਿ ਜੇਕਰ ਅਸੀਂ ਇਹ PLI ਸਕੀਮ ਦੇ ਅਕੋਰਡਿੰਗ ਮੈਨੂਫੈਕਚਰਿੰਗ ਹੁੰਦੀ ਹੈ ਇਲੈਕਟ੍ਰੀਸਿਟੀ ਦੀ। ਠੀਕ ਹੈ, ਇਲੈਕਟ੍ਰੋਨਿਕਸ ਜਿਹੜੀਆਂ ਚੀਜ਼ਾਂ ਬਣਦੀਆਂ ਨੇ। ਕਲੀਅਰ। ਨੈਕਸਟ ਹੈ ਜੀ ਸਾਡੇ ਕੋਲੇ ਮਿਸ਼ਨ ਪੋਸ਼ਣ 2.0। ਠੀਕ ਹੈ, ਅਗੇਨ ਇਹ ਵੀ ਸੈਕਿੰਡ ਨੰਬਰ ਹੈ ਕਿਉਂਕਿ ਪਹਿਲਾਂ ਇਹ ਚੱਲ ਰਿਹਾ, ਤਾਂ ਇਹਨੂੰ ਜਿਹੜਾ ਮਿਸ਼ਨ ਆ ਉਹਦਾ ਸੈਕਿੰਡ ਨੰਬਰ ਨਾਮ ਦਿੱਤਾ ਗਿਆ। ਟੂ ਇੰਪਰੂਵ ਨਿਊਟ੍ਰੀਸ਼ਨਲ ਆਊਟਕਮਸ ਅਕ੍ਰੋਸ 112 ਐਸਪਾਇਰੇਸ਼ਨਲ ਡਿਸਟ੍ਰਿਕਟਸ। ਠੀਕ ਹੈ, 112 ਐਸਪਾਇਰੇਸ਼ਨਲ ਡਿਸਟ੍ਰਿਕਟਸ ਨੇ, ਜਿਹੜੇ ਜ਼ਿਲ੍ਹੇ ਨੇ, ਉਹਨਾਂ ਦੇ ਵਿੱਚ ਨਿਊਟ੍ਰੀਸ਼ਨ ਜਿਹੜੀ ਮਾਤਰਾ ਗੀ, ਠੀਕ ਹੈ, ਜਾਂ ਉਹਦੀ ਸਮਰੱਥਾ ਗੀ, ਉਹਨੂੰ ਸੁਧਾਰਨ ਦੇ ਲਈ ਜਿਹੜਾ ਇਹ ਮਿਸ਼ਨ ਪੋਸ਼ਣ 2 ਹੈ ਉਹ ਲਾਂਚ ਕੀਤਾ ਜਾਵੇਗਾ। ਠੀਕ ਹੈ। ਨੈਕਸਟ ਪੁਆਇੰਟ ਨੰਬਰ 22, ਵਹੀਕਲ ਸਕ੍ਰੈਪਿੰਗ ਪੋਲਿਸੀ। ਅਗੇਨ very important, all vehicles to undergo fitness test every 20 years। ਜਿਹੜੇ ਪਰਸਨਲ ਸਾਡੇ ਸਾਧਨ ਨੇ ਆਵਾਜਾਈ ਦੇ, ਉਹਨਾਂ ਨੂੰ 20 ਸਾਲਾਂ ਦੇ, ਮਤਲਬ ਹਰੇਕ 20 ਸਾਲਾਂ ਤੱਕ ਇੱਕ ਟੈਸਟ ਦੇ ਵਿੱਚੋਂ ਜਾਣਾ ਪਵੇਗਾ। ਮਤਲਬ ਸਾਰਿਆਂ ਦੇ ਲਈ ਹੀ ਫਿਟਨੈਸ ਟੈਸਟ ਰੱਖਿਆ ਜਾਏਗਾ।
ਜਿਹੜੇ ਪਰਸਨਲ ਵਹੀਕਲਸ ਨੇ ਉਹਨਾਂ ਦੇ ਲਈ 20 ਸਾਲ ਤੇ ਜਿਹੜੇ ਕਮਰਸ਼ੀਅਲ ਨੇ ਵਪਾਰਕ ਮੰਤਵਾਂ ਦੇ ਲਈ ਅਸੀਂ ਵਰਤਦੇ ਹਾਂ ਉਹਨਾਂ ਦੇ ਲਈ ਹਰੇਕ 15 ਸਾਲਾਂ ਬਾਅਦ। ਠੀਕ ਹੈ ਜੀ, ਇਹ ਦੋਨੇ ਪੁਆਇੰਟ ਇੰਪੋਰਟੈਂਟ ਨੇ, ਇਹਨਾਂ ਦੋਨਾਂ ਦੇ ਵਿੱਚ ਪਜ਼ਲ ਨਹੀਂ ਹੋਣਾ, ਉਲਟਾ ਨਹੀਂ ਕਰਨਾ ਇਹਨਾਂ ਨੂੰ। ਪਰਸਨਲ ਦੇ ਲਈ 20 ਈਅਰਸ ਤੇ ਜਿਹੜੇ ਕਮਰਸ਼ੀਅਲ ਆ ਉਹਦੇ ਲਈ 15 ਈਅਰਸ। ਓਕੇ, ਨੈਕਸਟ ਹੈ ਜੀ ਸਾਡੇ ਕੋਲੇ 23 ਨੰਬਰ। Development finance institution would be set up to increase investment in the economy। ਇਹਦਾ ਜ਼ਿਆਦਾ ਐਕਸਪਲੇਨ ਕਰਨ ਦੀ ਲੋੜ ਨਹੀਂ ਆਪਾਂ ਨੂੰ। ਜਿਹੜਾ ਫਾਈਨੈਂਸ ਇੰਸਟੀਟਿਊਸ਼ਨ ਆ ਉਹ ਵੀ ਡਿਵੈਲਪ ਕੀਤਾ ਜਾਵੇਗਾ ਕਾਹਦੇ ਲਈ, ਜਿਹੜੀ ਇਕੋਨਮੀ ਦੇ ਵਿੱਚ ਇਨਵੈਸਟ ਕਰਨ ਦੀ ਸਮਰੱਥਾ, ਨਿਵੇਸ਼ ਕਰਨ ਦੀ ਸਮਰੱਥਾ ਉਸ ਨੂੰ ਵਧਾਇਆ ਜਾ ਸਕੇ। ਓਕੇ, ਇਹਦੇ ਨਾਲ ਹੀ ਰਿਲੇਟ ਇੱਕ ਹੋਰ ਦੇਖ ਲਓ। Proposed to be capitalized with rupees 20,000 crore and is expected to have a lending portfolio of at least 5 lakh crore within 3 years। 3 ਸਾਲਾਂ ਦੇ ਅੰਦਰ ਅੰਦਰ, ਠੀਕ ਹੈ, ਕਿੰਨਾ ਜਿਹੜਾ ਰੱਖਿਆ ਗਿਆ ਕਿ ਹਾਂ ਇੰਨਾ ਹੋ ਸਕਦਾ ਹੈ, ਤਾਂ ਰੁਪੀਜ਼ 20,000 20,000 ਕਰੋੜ ਤੇ ਇਹ ਐਕਸਪੈਕਟ ਕੀਤਾ ਗਿਆ, ਇਹ ਆਸ਼ਾ ਕੀਤੀ ਗਈ ਹੈ ਟੂ ਹੈਵ ਅ ਲੈਂਡਿੰਗ ਪੋਰਟਫੋਲੀਓ, ਕਿ ਜਿਹੜਾ ਉਧਾਰ ਦੇ ਰੂਪ ਵਿੱਚ ਜਿਹੜਾ ਪੋਰਟਫੋਲੀਓ ਹੋਊਗਾ ਉਹ ਕਿੰਨਾ ਹੋਊਗਾ, ਐਟਲੀਸਟ 5 ਲੱਖ ਕਰੋੜ ਹੋਊਗਾ 3 ਸਾਲਾਂ ਦੇ ਅੰਦਰ ਅੰਦਰ। ਠੀਕ ਹੈ, ਇਹ ਵੀ ਯਾਦ ਰੱਖਣਾ ਤੁਸੀਂ। ਨੈਕਸਟ ਹੈ ਜੀ ਵਿਸਟਾਡੋਮ LHB ਕੋਚ, ਵੈਰੀ ਵੈਰੀ ਇੰਪੋਰਟੈਂਟ ਕੁਐਸਚਨ। ਵਿਸਟਾਡੋਮ LHB ਕੋਚ on tourist routes to give a better travel experience। ਇੱਕ ਵਧੀਆ ਯਾਤਰਾ ਦਾ ਤਜਰਬਾ ਦੇਣ ਦੇ ਲਈ ਜਿਹੜੇ ਵਿਸਟਾਡੋਮ LHB ਕੋਚ ਆ ਉਹ ਨਿਯੁਕਤ ਕੀਤੇ ਜਾਣਗੇ ਸਪੈਸ਼ਲੀ ਫॉर ਟੂਰਿਸਟ, ਤਾਂ ਕਿ ਜਿਹੜੇ ਟੂਰਿਸਟ ਨੇ ਉਹਨਾਂ ਨੂੰ ਜਿਹੜੀ ਸਹੂਲਤ ਮਿਲ ਸਕੇ ਤੇ ਵੱਧ ਤੋਂ ਵੱਧ ਜਿਹੜੇ ਟੂਰਿਸਟ ਆ ਉਹਨਾਂ ਨੂੰ ਅਟਰੈਕਟ ਕੀਤਾ ਜਾ ਸਕੇ। ਠੀਕ ਹੈ, ਤਾਂ ਇਹ ਵੀ ਤੁਸੀਂ ਯਾਦ ਰੱਖਣਾ ਕਿਹਦੇ ਅਧੀਨ ਜੀ, ਵਿਸਟਾਡੋਮ LHB ਕੋਚ। ਨੈਕਸਟ ਮੈਟਰੋ ਰੇਲ, ਕੋਚੀ, ਚੇਨਈ, ਬੈਂਗਲੁਰੂ, ਨਾਗਪੁਰ, ਨਾਸਿਕ, ਇੱਥੋਂ ਦੀ ਜਿਹੜੀ ਮੈਟਰੋ ਰੇਲ ਆ ਇਸ ਦੀ ਸੇਵਾ ਨੂੰ ਹੋਰ ਵੀ ਜ਼ਿਆਦਾ ਵਧੀਆ ਬਣਾਇਆ ਜਾਵੇਗਾ ਤੇ ਅਗੇਨ ਜੋ ਵੀ ਇਹਨਾਂ ਦੀ ਕੋਈ ਜ਼ਰੂਰਤ ਹੈ, ਠੀਕ ਹੈ, ਉਸ ਨੂੰ ਪੂਰਾ ਕਰਕੇ ਸ਼ੁਰੂ ਕੀਤੀ ਜਾਏਗੀ ਮੈਟਰੋ ਰੇਲ ਸਰਵਿਸ। ਓਕੇ ਜੀ, ਨੈਕਸਟ ਹੈ ਸਾਡੇ ਕੋਲ, ਬਸ ਤੁਸੀਂ ਇਹਨਾਂ ਦਾ ਨਾਮ ਯਾਦ ਰੱਖਣਾ, ਟੋਟਲੀ ਇਹਨਾਂ ਦੀ ਗਿਣਤੀ ਯਾਦ ਰੱਖਣੀ ਹੈ ਕਿ 5 ਹੈ। 25th ਨੰਬਰ ਹੈ ਜੀ 7 ਮੇਗਾ ਟੈਕਸਟਾਈਲਸ ਪਾਰਕਸ ਟੂ ਬੀ ਸੈਟ ਅਪ ਇਨ 3 years। 7 ਜਿਹੜੇ ਮੈਗਾ ਟੈਕਸਟਾਈਲ ਪਾਰਕਸ ਨੇ ਉਹ ਸੈਟਅਪ ਕੀਤੇ ਜਾਣਗੇ ਆਉਣ ਵਾਲੇ 3 ਸਾਲਾਂ ਦੇ ਵਿੱਚ। ਨੈਕਸਟ ਹੈ ਜੀ ਮਿੱਤਰਾ, ਹੁਣ ਇਹਦਾ ਨਾਮ ਦੇਖ ਲਓ ਪੂਰਾ, ਮੈਗਾ ਇਨਵੈਸਟਮੈਂਟ ਟੈਕਸਟਾਈਲਸ ਪਾਰਕਸ, ਮੈਗਾ ਇਨਵੈਸਟਮੈਂਟ ਟੈਕਸਟਾਈਲਸ ਪਾਰਕ। Plug and play model will enable the members of parks to avoid huge capital expenditure outlays। ਜਿਹੜੇ ਇਹਦੇ ਮੈਂਬਰਸ ਨੇ, ਠੀਕ ਹੈ, ਉਹ ਕਿਹੜਾ ਮਾਡਲ ਯੂਜ਼ ਕਰਨਗੇ, ਪਲੱਗ ਐਂਡ ਪਲੇ ਮਾਡਲ ਯੂਜ਼ ਕਰਨਗੇ ਤਾਂ ਕਿ ਜਿਹੜੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਖਰਚਾ ਹੈਗਾ ਉਸ ਨੂੰ ਅਵੋਇਡ ਕੀਤਾ ਜਾ ਸਕੇ। ਠੀਕ ਹੈ, ਲਾਗੂ ਕਰਨਾ ਤੇ ਨਾਲ ਦੀ ਨਾਲ ਉਹਨੂੰ ਚਲਾਉਣਾ, ਇਹ ਵਾਲੀ ਸਕੀਮ ਆ, ਜਿਹੜਾ ਮਾਡਲ ਆ ਤੁਸੀਂ ਉਹਨੂੰ ਯਾਦ ਰੱਖਣਾ। ਠੀਕ ਹੈ ਜੀ, ਤਾਂ ਟੈਕਸਟਾਈਲ ਯਾਦ ਰੱਖਣਾ ਹੈ ਕਿ ਕਿੰਨੇ ਸਾਲਾਂ ਦੇ ਵਿੱਚ, ਆਉਣ ਵਾਲੇ 3 ਸਾਲਾਂ ਦੇ ਵਿੱਚ ਕਿੰਨੇ ਜੀ, 7 ਮੈਗਾ ਟੈਕਸਟਾਈਲ ਪਾਰਕਸ। ਨੈਕਸਟ ਹੈ ਜੀ ਸਾਡੇ ਕੋਲੇ 26th ਨੰਬਰ, ਰੋਡ ਪ੍ਰੋਜੈਕਟਸ ਇਨ ਤਾਮਿਲਨਾਡੂ, ਕੇਰਲਾ, ਵੈਸਟ ਬੰਗਾਲ ਐਂਡ ਅਸਾਮ। ਇਹਨਾਂ ਚਾਰਾਂ ਦੇ ਨਾਮ ਤੁਸੀਂ ਯਾਦ ਰੱਖਣੇ ਆ, ਤਾਮਿਲਨਾਡੂ, ਕੇਰਲਾ, ਵੈਸਟ ਬੰਗਾਲ ਐਂਡ ਅਸਾਮ, ਪੱਛਮੀ ਬੰਗਾਲ ਤੇ ਅਸਾਮ। ਇਹਨਾਂ ਦੇ ਵਿੱਚ ਰੋਡ ਪ੍ਰੋਜੈਕਟ ਆ ਜਿਹੜੇ ਉਹਨਾਂ 'ਤੇ ਕੰਮ ਹੋਏਗਾ। ਓਵਰ 13,000 ਕਿਲੋਮੀਟਰ ਰੋਡ ਵਰਕ ਅਵਾਰਡਡ ਅੰਡਰ ਦਾ ਸੈਂਟਰਲੀ ਸਪੋਂਸਰਡ ਭਾਰਤਮਾਲਾ ਪਰਿਯੋਜਨਾ ਪ੍ਰੋਜੈਕਟ। ਜਿਹੜਾ ਭਾਰਤਮਾਲਾ ਪਰਿਯੋਜਨਾ ਪ੍ਰੋਜੈਕਟ ਚੱਲ ਰਿਹਾ ਉਸ ਦੇ ਅਧੀਨ 13,000 ਕਿਲੋਮੀਟਰ ਦਾ ਜਿਹੜਾ ਰੋਡ ਵਰਕ ਆ ਉਹ ਪੂਰਾ ਕਰਨ ਦਾ ਜਿਹੜਾ ਮਿੱਥਿਆ ਗਿਆ ਹੈ, ਜਿਸ ਦੇ ਵਿੱਚੋਂ 3800 ਕਿਲੋਮੀਟਰ ਆਲਰੇਡੀ ਡਨ ਹੋ ਚੁੱਕਿਆ। ਠੀਕ ਹੈ, ਬਾਕੀ ਜਿਹੜਾ ਬਚਦਾ ਹੈ ਉਹਦੇ ਬਾਰੇ ਗੱਲ ਕੀਤੀ ਗਈ ਸੀ ਬਜਟ ਦੇ ਵਿੱਚ। ਕਲੀਅਰ, ਹੁਣ ਅਲੱਗ-ਅਲੱਗ ਇਹਨਾਂ ਨੂੰ ਯਾਦ ਰੱਖਣਾ ਸੀ ਕਿ ਕਿਹੜੇ ਸਟੇਟ ਦੇ ਵਿੱਚ ਕਿੰਨਾ ਹੈ। ਠੀਕ ਹੈ, ਸਭ ਤੋਂ ਪਹਿਲਾਂ ਹੈ ਜੀ ਸਾਡੇ ਕੋਲੇ ਤਾਮਿਲਨਾਡੂ। ਤਾਮਿਲਨਾਡੂ ਦੇ ਵਿੱਚ 3500 ਕਿਲੋਮੀਟਰ, 3500 ਕਿਲੋਮੀਟਰ। ਇਨਵੈਸਟਮੈਂਟ ਕਿੰਨੀ ਹੋਏਗੀ ਜੀ, ਰੁਪੀਜ਼ 1.3 ਲੱਖ ਕਰੋੜ। ਇਹਦਾ ਜਿਹੜਾ ਡਾਟਾ ਉਹ ਵੀ ਯਾਦ ਰੱਖਣਾ ਤੁਸੀਂ, ਕਿੰਨੀ ਦੂਰੀ ਤੇ ਕਿੰਨੀ ਇਨਵੈਸਟਮੈਂਟ। 3500 ਕਿਲੋਮੀਟਰ ਦੇ ਲਈ 1.03 ਲੱਖ ਕਰੋੜ। ਤੇ ਰੋਡ ਦੇਖ ਲਓ ਜੀ, ਕਿਹੜਾ ਕੋਰੀਡੋਰ ਆ, ਮਦੁਰਈ ਤੋਂ ਕੋਲਨ
इकोनॉमिकल कॉरीडोर, ठीक है, मदुरई तो कोलम, ये वाला कॉरीडोर याद रखना। नैक्सट केरला, केरला दे विच कितना है जी 1100 किलोमीटर। इन्वेस्टमेंट कितनी है जी ₹65,000 करोड़, 65,000 करोड़। ओके, इंक्लूड 600 किलोमीटर सैक्शन ऑफ मुंबई कन्याकुमारी कॉरीडोर। केड़ा कॉरीडोर है जी मुंबई तो कन्याकुमारी कॉरीडोर, ठीक है। ये सब तो ज़्यादा याद रखना तुसी 65,000 करोड़। ओके, नैक्सट पश्चिमी बंगाल दे विच 675 किलोमीटर, बहुत थोड़ा डिस्टेंस है, ठीक है। तो ये राशि है वो भी थोड़ी है, कितनी है जी, हाँ जी 25,000 करोड़, 25,000 करोड़। तो असम दे विच 1300 किलोमीटर, टोटल 1300 किलोमीटर डिस्टेंस आ जिहड़ा इस तरह का रोड आ वो बनेगा, ठीक है। इन्हां सारिਆਂ ਦੇ डाटे ਜਿਹੜੇ ਉਹ एग्जैक्ट ਤੁਸੀਂ याद रख ਲੈਣੇ ਆ। नैक्सट है जी 27 नंबर, 7 पोर्ट प्रोजेक्ट्स वर्थ मोर देन ₹2,000 करोड़ इन्वेस्टमेंट वुड बी अंडरटेकन थ्रू PPP। PPP की है पब्लिक प्राइवेट पार्टनरशिप, पहला भी आप गल की है मोड टू इनक्रीज ग्लोबल शिपिंग। पूरी ग्लोबल शिपिंग है जी उन्होंने वधाउण दे लई 7 जिहड़े पोर्ट प्रोजैक्ट्स ने, ठीक है, बंदरगाहां दे प्रोजैक्ट ने जिन्हां दी लागत है वो कितनी है जी मोर देन ₹2,000 करोड़, यानी कि उहदे विच कितनी इन्वेस्टमेंट होगी 2,000 करोड़ तो भी ज़्यादा हो सकती है, ठीक है। तो इहदे विच हैल्प कल्ली सरकार दी नहीं होएगी जी, पब्लिक प्राइवेट दोनों की पार्टनरशिप होएगी, ठीक है। तो उद्देश की है इहदा ग्लोबल शिपिंग नूं वधाउणा है, ठीक है। नंबर याद रखने ने, कितनियां पोर्ट प्रोजैक्ट ने जी 7 ने, 7, ठीक है। नैक्सट टू इनक्रीज मर्चेंटशिप सबसिडी बिल भी प्रोवाइड, ठीक है। मर्चेंटशिप आ जी उन्होंने इनक्रीज करने के लिए ताकि वध तो वध जिहड़े लोग व्यापारी वर्ग आ उसनूं जोड़िया जा सके, जिहड़ी ग्लोबल शिपिंग आ उसनूं वधाया जा सके, तो उहदे लई सबसिडी है जिहड़ी वो भी दित्ती जावेगी। किन्नियां दी जी 1624 करोड़ विदिन 5 ईयर्स, आउण वाले 5 सालां दे विच, यानी कि 2026 तक 1624 करोड़ की सबसिडी है जिहड़ी वो प्रदान की जाएगी। क्लीयर। नैक्सट है जी 28th नंबर, बाय 2023 100 डिस्ट्रिक्ट विल बी एडेड टू सिटी गैस डिस्ट्रीब्यूशन नेटवर्क, यानी कि 2023 तक 100 होर जिहड़े जिले आ उन्हां नूं सिटी गैस डिस्ट्रीब्यूशन नैटवर्क दे विच शामिल किया जाएगा, ठीक है। आपां अमित शाह का जिहड़ा बयान आ तुसीं सारिआं ने पढ़िया होगा कि कोई भी अजिहा घर नहीं होगा जिसके कोले गैस का कनैक्शन नहीं होएगा, ठीक है। उस अधीन ये जी व्यवस्था वो स्थापित की गई है कि 2023 तक जिहड़े होर 100 जिले ने उन्होंने भी ऐड किया जाऊगा इस नैटवर्क के अधीन, ठीक है। अगेन एक होर इहदे नाल इंपॉर्टेंट बनता है वो है जी साडा जम्मू कश्मीर नाल रिलेटेड। जम्मू कश्मीर विल आल्सो बी इक्यूपड विद गैस पाइपलाइन, जम्मू कश्मीर दे विच भी जिहड़ी गैस पाइपलाइन आ उसनूं कढ़िया जाएगा, पहुँचाया जाएगा, मतलब उत्थों के लोग जिहड़े वो भी गैस पाइपलाइन दे नाल जोड़नगे, उसका लाभ आ जिहड़ा प्राप्त कर सकणगे, ठीक है। नैक्सट है जी 29th नंबर, रिसाइकलिंग कैपेसिटी ऑफ पोर्ट्स टू बी डबल्ड बाय 2024 2024 तक जिहड़ी रिसाइकलिंग कैपेसिटी आ, ठीक है, उहनूं डबल कर दिता जाऊगा। बंदरगाहां ते जिहड़ा जो भी चीज़ां वाधू घट होने, ठीक है, उन्होंने रिसाइकलिंग करने के लिए उहदी जिहड़ी प्रक्रिया उसनूं डबल कर दिता जाएगा, ठीक है। कदों तक 2024 तक। ओके जी, अगे चलते हैं। 30 नंबर जिहड़ा पॉइंट है जी साडा वो मीटरां दे नाल संबंधित है। प्रीपेड स्मार्ट मीटर्स, इलैक्ट्रिसिटी कंज्यूमर्स विल नाउ बी एबल टू चूज बिटवीन सर्विस प्रोवाइडर्स। तो ये सहूलत ये की गई है कि जोड़े प्रीपेड स्मार्ट मीटर लगने हैं, ठीक है, जिस तरह आप मोबाइल रिचार्ज करवाने उस तो बाद असी किसी नाल गल कर पाने जां इंटरनेट है जो चला सकते हैं, उसी तरह ही सेम मीटर्स जोड़े लगाए जा रहे हैं कि वो प्रीपेड जी वो स्कीम है, ठीक है, उस जी ग्राहकों के लिए यानी कि जो खपतकार ने बिजली के उन्होंने लिए ये सहूलत है कि वो अपनी मर्जी के नाल जिहड़े सर्विस प्रोवाइडर आ चुन सकते हैं, ठीक है, कोई भी कंपनी है जी उन्होंने चूज कर सकते हैं। तो ये टोटल जिहड़े खर्चे जाणगे जी वो देख लो तुसी कितना बजट है आने वाले 5 सालों के विच।
हाँ जी, ਤਾਂ ਰੁਪੀਜ਼ 3,59,84 ਕਰੋੜ ਵਿਦਿਨ 5 ਈਅਰਸ, ਆਉਣ ਵਾਲੇ 5 ਸਾਲਾਂ ਦੇ ਵਿੱਚ 3,05,984 ਕਰੋੜ ਦੀ ਜਿਹੜੀ ਰਾਸ਼ੀ ਆ ਉਹ ਪ੍ਰੀਪੇਡ ਜਿਹੜੇ ਸਮਾਰਟ ਮੀਟਰ ਨੇ ਉਹਨਾਂ ਦੇ ਲਈ ਪ੍ਰਦਾਨ ਕੀਤੀ ਜਾਏਗੀ। ਠੀਕ ਹੈ, ਨੈਕਸਟ ਦੇਖਦੇ ਹਾਂ ਜੀ 31st ਨੰਬਰ, ਦ ਲਿਮਿਟ ਔਨ ਫੋਰਨ ਡਾਇਰੈਕਟ ਇਨਵੈਸਟਮੈਂਟ। ਵੈਰੀ ਇੰਪੋਰਟੈਂਟ ਕੁਐਸਚਨ, FDI ਨਾਲ ਰਿਲੇਟਡ ਕੁਐਸਚਨ ਆ ਗਿਆ ਜੀ, ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ। ਦ ਲਿਮਿਟ ਔਨ ਫੋਰਨ ਡਾਇਰੈਕਟ ਇਨਵੈਸਟਮੈਂਟ, ਜਿਹਨੂੰ ਅਸੀਂ FDI ਦੇ ਨਾਮ ਨਾਲ ਜਾਣਦੇ ਹਾਂ, ਇਨ ਇੰਡੀਅਨ ਇੰਸ਼ੋਰੈਂਸ ਕੰਪਨੀਜ਼ ਵਿਲ ਬੀ ਲਿਫਟਡ ਫਰੋਮ 49% ਟੂ 74%, ਜਿਹੜਾ ਕਿ ਸਿਰਫ 49% ਸੀਗਾ। ਠੀਕ ਹੈ, ਭਾਰਤੀ ਜਿਹੜੀ ਇੰਸ਼ੋਰੈਂਸ ਕੰਪਨੀਆਂ ਦੇ ਵਿੱਚ ਜਿਹੜੀ ਉਹਨਾਂ ਦੀ ਲਿਮਿਟ ਸੀਗੀ ਫੋਰਨ ਡਾਇਰੈਕਟ ਇਨਵੈਸਟਮੈਂਟਸ ਦੀ, ਫੋਰਨ ਦੀਆਂ ਜਿਹੜੀਆਂ FDI ਸੀਗੀਆਂ ਉਹਨਾਂ ਦੀ ਲਿਮਿਟ ਕਿੰਨੀ ਸੀ ਜੀ, 49% ਸੀ। ਪਰ 2021 ਦੇ ਬਜਟ ਨੇ ਇਹ ਵਧਾ ਕੇ ਕਿੰਨੀ ਕਰਤੀ, ਇਹ ਵਧਾਤੀ ਜੀ 74 ਕਰਤੀ। ਠੀਕ ਹੈ, 74%। ਵੈਰੀ ਇੰਪੋਰਟੈਂਟ ਕੁਐਸਚਨ, ਇਹਨੂੰ ਤੁਸੀਂ ਨੋਟ ਕਰ ਲੈਣਾ। ਨੈਕਸਟ ਹੈ ਜੀ ਸਾਡੇ ਕੋਲੇ, ਨੈਸ਼ਨਲ ਹਾਈਡਰੋਜਨ ਮਿਸ਼ਨ ਟੂ ਬੀ ਲਾਂਚਡ ਟੂ ਜਨਰੇਟ ਹਾਈਡਰੋਜਨ ਫਰੋਮ ਗ੍ਰੀਨ ਪਾਵਰ ਸੋਰਸਸ। ਜਿੰਨੇ ਵੀ ਗ੍ਰੀਨ ਪਾਵਰ ਸੋਰਸਸ ਨੇ ਉਹਨਾਂ ਤੋਂ ਹਾਈਡਰੋਜਨ ਜਨਰੇਟ ਕਰਨ ਦੇ ਲਈ ਨੈਸ਼ਨਲ ਹਾਈਡਰੋਜਨ ਮਿਸ਼ਨ ਆ ਜਿਹੜਾ ਉਹ ਲਾਂਚ ਕੀਤਾ ਜਾਵੇਗਾ। ਠੀਕ ਹੈ, ਇਹਨੂੰ ਜਸਟ ਤੁਸੀਂ ਪੜ੍ਹ ਲੈਣਾ, ਇੰਨਾ ਕੋਈ ਖਾਸ ਇੰਪੋਰਟੈਂਟ ਨਹੀਂ ਹੈ, ਇਹਦੇ ਨਾਲ ਸੰਬੰਧਿਤ ਹਜੇ ਹੋਰ ਕੋਈ ਵੀ ਗੱਲ ਸਾਡੇ ਸਾਹਮਣੇ ਨਹੀਂ ਆਈ। ਠੀਕ ਹੈ, ਨੈਕਸਟ ਅਸੀਂ ਦੇਖ ਲੈਂਦੇ ਹਾਂ ਕੁਝ ਕੁ ਡਿਊਟੀਜ਼ ਜਿਹੜੀਆਂ ਕਿ ਇੰਪੋਰਟੈਂਟ ਨੇ, ਸਿਰਫ ਉਹੀਓ ਸ਼ਾਮਿਲ ਕੀਤੀਆਂ ਨੇ ਮੈਂ। ਹਾਂਜੀ, ਡਿਊਟੀ ਆਫ ਕਾਪਰ ਸਕ੍ਰੈਪ ਰਿਡਿਊਸਡ ਟੂ 2.5%। ਕਾਪਰ ਤੇ ਜਿਹੜੀ ਡਿਊਟੀ ਹੈ ਉਹ ਘਟ ਕੇ ਕਿੰਨੀ ਹੋ ਗਈ, 2.5% ਹੋ ਗਈ। ਕਸਟਮ ਡਿਊਟੀ ਔਨ ਗੋਲਡ ਸਿਲਵਰ ਟੂ ਬੀ ਰੇਸ਼ਨਲਾਈਜ਼ਡ। ਠੀਕ ਹੈ, ਇਹ ਹਜੇ ਰੇਸ਼ਨਲਾਈਜ਼ਡ ਹੈ, ਦੋਨਾਂ ਤੇ ਯਾਦ ਰੱਖਣਾ, ਗੋਲਡ ਤੇ ਸਿਲਵਰ। ਆਈ ਮੀਨ ਟੂ ਸੇ, ਜਾਨੀ ਕਿ ਅਸੀਂ ਐਕਸਪੈਕਟ ਕਰ ਸਕਦੇ ਹਾਂ ਕਿ ਜਿਹੜਾ ਗੋਲਡ ਤੇ ਸਿਲਵਰ ਆ ਉਹਦੇ ਵਿੱਚ ਥੋੜੀ ਕਟੌਤੀ ਆਏਗੀ। ਠੀਕ ਹੈ, ਇਸ ਦੇ ਰੇਟ ਦੇ ਵਿੱਚ ਥੋੜੀ ਜਿਹੀ ਗਿਰਾਵਟ ਆ ਜਿਹੜੀ ਉਹ ਦੇਖਣ ਨੂੰ ਮਿਲ ਸਕਦੀ ਹੈ। ਨੈਕਸਟ ਹੈ ਜੀ ਡਿਊਟੀ ਔਨ ਸੋਲਰ ਇਨਵਰਟਰਸ। ਸੋਲਰ ਇਨਵਰਟਰਸ ਦੇ ਉੱਤੇ ਜਿਹੜੀ ਇਹ ਡਿਊਟੀ ਹੈ ਉਹ ਵਧਾ ਦਿੱਤੀ ਗਈ ਹੈ ਜੀ, 5% ਤੋਂ 20% ਕਰ ਦਿੱਤੀ ਗਈ ਹੈ। ਤੇ ਜਿਹੜੀਆਂ ਸੋਲਰ ਲੈਂਟਰਨਸ ਨੇ, ਠੀਕ ਹੈ, ਲਾਲਟੈਨਾਂ ਨੇ, ਇਹਨਾਂ ਦੇ ਉੱਤੇ ਵੀ ਜਿਹੜੀ 5% ਤੋਂ ਲੈ ਕੇ 15% ਤੱਕ ਦੀ ਡਿਊਟੀ ਹੈ ਜਿਹੜੀ ਉਹ ਵੱਧ ਚੁੱਕੀ ਹੈ। ਨੈਕਸਟ ਹੈ ਜੀ ਸਾਡੇ ਕੋਲੇ ਆਲ ਨਾਈਲੋਨ ਪ੍ਰੋਡਕਟਸ ਚਾਰਜਡ ਵਿਦ 5% ਕਸਟਮਸ ਡਿਊਟੀ। ਜਿੰਨੇ ਵੀ ਨਾਈਲੋਨ ਦੇ ਪ੍ਰੋਡਕਟਸ ਨੇ ਉਹਨਾਂ ਉੱਤੇ 5% ਜਿਹੜੀ ਕਸਟਮ ਡਿਊਟੀ ਉਹ ਲੱਗੇਗੀ। ਐਂਡ ਦਾ ਮੋਸਟ ਇੰਪੋਰਟੈਂਟ ਐਗਰੀਕਲਚਰ ਵਾਲੇ ਪੱਖ ਤੋਂ ਕਸਟਮਸ ਡਿਊਟੀ ਔਨ ਕਾਟਨ ਰੇਜ਼ਡ ਫਰੋਮ, ਜਿਹਦੇ ਤੇ ਪਹਿਲਾਂ ਕਿ ਕੋਈ ਨਹੀਂ ਸੀ, ਯਾਨੀ ਕਿ 0 ਸੀ। ਠੀਕ ਹੈ, ਹੁਣ 0 ਤੋਂ ਸਿੱਧਾ ਜਾ ਕੇ 10% ਲੱਗੇਗੀ ਕੱਚੇ ਮਾਲ ਦੇ ਉੱਪਰ ਵੀ। ਠੀਕ ਹੈ, ਰॉ ਮਟੀਰੀਅਲ ਉੱਪਰ ਵੀ ਦੇਖ ਲਓ ਤੁਸੀਂ, ਇਹ ਜਿਹੜੀ ਡਿਊਟੀ ਆ ਉਹ ਲੱਗੇਗੀ। ਠੀਕ ਹੈ, ਕਸਟਮ ਡਿਊਟੀ ਔਨ ਕਾਟਨ ਰੇਜ਼ਡ ਫਰੋਮ 0 ਟੂ 10%। ਵੈਰੀ ਇੰਪੋਰਟੈਂਟ ਪੁਆਇੰਟ, ਇਹਨੂੰ ਤੁਸੀਂ ਨੋਟ ਰੱਖਣਾ 37 ਵਾਲੀ ਨੂੰ। ਓਕੇ ਜੀ, ਨੈਕਸਟ ਹੈ ਜੀ ਸਾਡੇ ਕੋਲੇ 38 ਨੰਬਰ, ਪਬਲਿਕ ਸੈਕਟਰ ਬੈਂਕ ਦੇ ਨਾਲ ਰਿਲੇਟਡ ਹੈ। ਜਿਹੜੇ ਪਬਲਿਕ ਸੈਕਟਰ ਬੈਂਕ ਨੇ ਜਿਹੜੇ ਕਿ ਕਰਜ਼ਾਈ ਹੋ ਚੁੱਕੇ ਨੇ, ਠੀਕ ਹੈ, ਜਿਹਦੇ ਵਿੱਚੋਂ ਲੋਕਾਂ ਨੇ ਬਹੁਤ ਸਾਰੀਆਂ ਲਿਮਟਾਂ ਬਣਾ ਲਈਆਂ, ਲੋਨ ਚੱਕ ਲਏ ਤੇ ਵਾਪਸ ਉਹਨਾਂ ਕੋਲੇ ਨਹੀਂ ਆ ਰਿਹਾ ਪੈਸਾ। ਠੀਕ ਹੈ, ਉਹਨਾਂ ਦੀ ਹੈਲਪ ਦੇ ਲਈ, ਉਹਨਾਂ ਦੇ ਘਾਟੇ ਵਾਧੇ ਆ ਜਿਹੜੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਕਿੰਨੀ ਰਾਸ਼ੀ ਮਿਲੇਗੀ ਜੀ ਉਹਨਾਂ ਨੂੰ ਮਿਲੇਗੀ 20,000 ਕਰੋੜ ਪਬਲਿਕ ਸੈਕਟਰ ਬੈਂਕ ਨੂੰ। ਵੈਰੀ ਇੰਪੋਰਟੈਂਟ, ਇਹਦੀ ਰਾਸ਼ੀ ਜਿਹੜੀ ਤੁਸੀਂ ਯਾਦ ਰੱਖਣੀ ਆ 20,000 ਕਰੋੜ ਮਿਲੇਗਾ। ਠੀਕ ਹੈ, ਨੈਕਸਟ ਜੀ ਸਮਾਲ ਇੰਡਸਟਰੀਜ਼, ਇਹ ਚੇਂਜ ਹੋ ਗਿਆ, ਪਹਿਲਾਂ ਮੀਡੀਅਮ ਤੱਕ ਜਾ ਸਕਦੀਆਂ ਸੀ। ਠੀਕ ਹੈ, ਇੰਡਸਟਰੀਜ਼ ਨੂੰ ਮੀਡੀਅਮ ਕਿਹਾ ਜਾਂਦਾ ਸੀਗਾ। ਹੁਣ ਕੀ ਹੋਏਗਾ ਜੀ, 50 ਲੱਖ ਤੋਂ ਲੈ ਕੇ 2 ਕਰੋੜ ਤੱਕ ਦਾ ਬਿਜ਼ਨਸ ਕਰਨ ਵਾਲੇ ਜਿਹੜੇ, ਠੀਕ ਹੈ, ਜਿਨ੍ਹਾਂ ਦੀ ਉਤਪਾਦਨ ਪ੍ਰੋਡਕਸ਼ਨ ਦੀ ਜਿਹੜੀ ਰੇਂਜ ਹੈ ਉਹ 50 ਲੱਖ ਤੋਂ 2 ਕਰੋੜ ਤੱਕ ਦੇ ਵਿੱਚ ਹੈ, ਤਾਂ ਉਹਨਾਂ ਨੂੰ ਕਿਹਦੇ ਨਾਮ ਨਾਲ ਜਾਣਿਆ ਜਾਏਗਾ ਜੀ, ਸਮਾਲ ਇੰਡਸਟਰੀਜ਼ ਦੇ ਨਾਮ ਨਾਲ ਜਾਣਿਆ ਜਾਏਗਾ। ਠੀਕ ਹੈ, ਲਘੂ ਉਦਯੋਗਾਂ ਦੇ ਵਿੱਚ ਉਸ ਨੂੰ ਸ਼ਾਮਿਲ ਕੀਤਾ ਜਾਏਗਾ ਤੇ ਉਹਨਾਂ ਦਾ ਬਿਜ਼ਨਸ ਹੋਣਾ ਚਾਹੀਦਾ ਜੀ 2 ਕਰੋੜ ਤੋਂ ਸਿੱਧਾ ਹੀ ਹੋ ਗਿਆ ਜੀ ਸਾਡਾ ਕੋਲ 20 ਕਰੋੜ ਤੱਕ। ਠੀਕ ਹੈ, ਤਾਂ ਇਹ ਸਾਰੀਆਂ ਕੀ ਹੋਣਗੀਆਂ ਜੀ, ਸਮਾਲ ਇੰਡਸਟਰੀਜ਼। ਕਲੀਅਰ, ਇਹ ਤੁਸੀਂ ਰਾਸ਼ੀ ਹੈ ਜਿਹੜੀ ਉਹ ਯਾਦ ਰੱਖਣੀ ਆ। ਨੈਕਸਟ ਅਗੇਨ ਵੈਰੀ ਇੰਪੋਰਟੈਂਟ ਕੁਐਸਚਨਸ, ਆਪਰੇਸ਼ਨ ਗ੍ਰੀਨ ਸਕੀਮ, ਧਿਆਨ ਨਾਲ ਪੜ੍ਹ ਲਓ ਇਹਨੂੰ। ਆਪਰੇਸ਼ਨ ਗ੍ਰੀਨ ਸਕੀਮ ਆ ਜਿਹੜੀ ਇਹ ਕਾਹਦੇ ਲਈ ਹੈ, ਟੂ ਬੂਸਟ ਵੈਲਿਊ ਐਡੀਸ਼ਨ ਆਫ ਟਮੈਟੋਜ਼, ਅਨੀਅਨਸ ਐਂਡ ਪੋਟੈਟੋਜ਼, ਜਿਹੜਾ ਕਿ ਸਿਰਫ ਪਹਿਲਾਂ ਸਾਨੂੰ 3 ਲਈ ਮਿਲਦਾ ਸੀ, ਯਾਨੀ ਕਿ ਜਿਹੜੀਆਂ ਜਲਦੀ ਖਰਾਬ ਹੋ ਜਾਂਦੀਆਂ ਫਸਲਾਂ ਉਹਨਾਂ ਦੇ ਲਈ ਹੈ ਇਹ। ਟਮਾਟਰ, ਪਿਆਜ਼ ਤੇ ਆਲੂਆਂ ਦੇ ਲਈ ਮਿਲਦਾ ਸੀ, ਹੁਣ ਉਹ ਕਿੰਨੀਆਂ
ਜਿਹੜੀਆਂ ਉਪਜ 'ਤੇ ਮਿਲੇਗਾ। ਹੁਣ ਉਹ 22 ਪੈਰਿਸ਼ੇਬਲ ਕ੍ਰੌਪਸ ਨੇ ਜਿਹੜੀਆਂ ਕਿਸਾਨਾਂ ਦੀਆਂ ਜਲਦੀ ਖਰਾਬ ਹੋ ਜਾਣ ਵਾਲੀਆਂ ਫਸਲਾਂ, ਤਾਂ ਉਹ 22 ਦੇ ਉੱਪਰ ਸਾਨੂੰ ਇਹ 22 ਹੋਰ ਫਸਲਾਂ ਦੇ ਉੱਪਰ ਇਹ ਸਕੀਮ ਸਾਨੂੰ ਮਿਲੇਗੀ, ਆਪਰੇਸ਼ਨ ਗ੍ਰੀਨ ਸਕੀਮ। ਠੀਕ ਹੈ, ਇਹ ਪੁੱਛਿਆ ਜਾ ਸਕਦਾ ਕਿ ਇਹ ਕਿਹਦੇ ਨਾਲ ਰਿਲੇਟ ਕਰਦੀ ਹੈ ਜਾਂ ਇਹਦੇ ਵਿੱਚ ਕਿੰਨੀਆਂ ਜਿਹੜੀਆਂ ਟੋਟਲ ਫਸਲਾਂ ਗੀਆਂ ਜਾਂ ਫਸਲ ਉਤਪਾਦ ਨੇ ਉਹ ਸ਼ਾਮਿਲ ਕੀਤੇ ਗਏ ਨੇ। ਤਾਂ ਕਿੰਨੇ ਕੀਤੇ ਗਏ ਆ ਜੀ? 22 ਕੀਤੇ ਗਏ ਨੇ। ਕਿਹੜੀ ਦੇ ਵਿੱਚ? ਆਪਰੇਸ਼ਨ ਗ੍ਰੀਨ ਸਕੀਮ ਦੇ ਵਿੱਚ। ਠੀਕ ਹੈ, ਸੌਰੀ, ਅੱਗੇ ਦੇਖਦੇ ਹਾਂ ਅਗਲਾ ਪੁਆਇੰਟ ਸਾਡਾ 40 ਨੰਬਰ। 2 PSU ਬੈਂਕਸ। ਹਾਂਜੀ, ਅਗੇਨ ਗੱਲ ਅਸੀਂ ਕਰਨਾ ਆ ਪਬਲਿਕ ਸੈਕਟਰ ਬੈਂਕਸ ਦੀ। 2 PSU bank and 1 general insurance firm to be disinvested this year। ਇਸ ਸਾਲ ਜਿਹੜੇ 2 ਪਬਲਿਕ ਸੈਕਟਰ ਬੈਂਕ ਨੇ, ਟੋਟਲ ਆਈ ਥਿੰਕ ਆਪਣੇ ਕੋਲ 12 ਨੇ, ਹੈ ਨਾ, ਤਾਂ 2 ਨੇ ਜਿਹੜੇ ਪਬਲਿਕ ਸੈਕਟਰ ਬੈਂਕ ਤੇ 1 GIC 1 ਜਨਰਲ ਇੰਸ਼ੋਰੈਂਸ। ਇਹ ਜਿਹੜੀ ਕੰਪਨੀ ਹੈ, ਇਹ ਫਰਮ ਆ ਜਿਹੜੀ, ਉਹਨਾਂ ਨੂੰ ਕੀ ਜੀ, ਉਹਨੂੰ ਪ੍ਰਾਈਵੇਟੇਸ਼ਨ ਜਿਹੜਾ ਉਹਦਾ ਕੀਤਾ ਜਾ ਰਿਹਾ। ਠੀਕ ਹੈ, ਉਹਨੂੰ ਉਹਦੇ ਵਿੱਚ ਡਿਸਇਨਵੈਸਟਡ ਹੋਏਗਾ ਇਸ ਵਾਰ, ਇਸ ਸਾਲ ਦੇ ਵਿੱਚ 2 ਬੈਂਕ ਤੇ 1 GIC ਕੰਪਨੀ। ਠੀਕ ਹੈ, ਇਹਨਾਂ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ। ਕਲੀਅਰ। ਨੈਕਸਟ ਹੈ ਜੀ ਸਾਡੇ ਕੋਲੇ 41 ਨੰਬਰ, ਦਾ ਇਨੀਸ਼ੀਅਲ ਪਬਲਿਕ ਆਫਰਿੰਗ। IPO ਦਾ ਪੂਰਾ ਨਾਮ ਦੇਖ ਲਓ, ਇਨੀਸ਼ੀਅਲ ਪਬਲਿਕ ਆਫਰਿੰਗ ਆਫ LIC ਵਿਲ ਬੀ ਕੰਪਲੀਟਡ ਇਨ 2021 to 2022। ਯਾਨੀ ਕਿ 2021-22 ਦੇ ਵਿੱਚ ਜਿਹੜਾ ਇਹਦਾ ਇਨੀਸ਼ੀਅਲ ਪਬਲਿਕ ਆਫਰਿੰਗ ਹੈ ਉਹ LIC ਦਾ ਪੂਰਾ ਕੀਤਾ ਜਾਵੇਗਾ ਆਉਣ ਵਾਲੇ 2 ਸਾਲਾਂ ਦੇ ਵਿੱਚ। ਠੀਕ ਹੈ, ਇੱਥੇ ਕੁਐਸਚਨ ਤੁਹਾਡੇ ਲਈ ਹੈ, ਤੁਸੀਂ ਦੱਸਣਾ ਜੀ LIC ਦੀ ਜਿਹੜੀ ਸਥਾਪਨਾ ਉਹ ਕਦੋਂ ਹੋਈ ਸੀ, ਉਸ ਈਅਰ ਨੂੰ ਮੈਂਸ਼ਨ ਕਰਨਾ ਕਮੈਂਟ ਬਾਕਸ ਦੇ ਵਿੱਚ। ਵੀਡੀਓ ਨੂੰ ਪੌਜ਼ ਕਰ ਲਓ ਤੇ ਟਾਈਪ ਕਰ ਦਿਓ ਇਸ ਦਾ ਆਨਸਰ। ਐਂਡ ਦ ਨੈਕਸਟ ਇਜ਼ ਪ੍ਰਪੋਜ਼ਲ ਟੂ ਇੰਟਰੋਡਿਊਸ ਦ ਨੈਸ਼ਨਲ ਨਰਸਿੰਗ ਐਂਡ ਮਿਡਵਾਈਫਰੀ ਕਮਿਸ਼ਨ ਬਿੱਲ। ਇੱਕ ਨਵਾਂ ਜਿਹੜਾ ਬਿੱਲ, ਕਮਿਸ਼ਨ ਬਿੱਲ ਸਾਡੇ ਸਾਹਮਣੇ ਆਇਆ, ਕਿਹਦੇ ਲਈ? ਸਪੈਸ਼ਲੀ ਫॉर ਨਰਸਿੰਗ ਐਂਡ ਮਿਡਵਾਈਫਰੀ। ਮਿਡਵਾਈਫਰੀ ਆਪਾਂ ਕਹਿ ਸਕਦੇ ਹਾਂ ਦਾਈਆਂ ਹੁੰਦੀਆਂ ਜਿਹੜੀਆਂ, ਠੀਕ ਹੈ, ਉਹਨਾਂ ਦੇ ਲਈ ਇਹ ਸਪੈਸ਼ਲੀ ਜਿਹੜਾ ਬਿੱਲ ਆ ਉਹ ਵੀ ਇੰਟਰੋਡਿਊਸ ਹੋਏਗਾ। ਠੀਕ ਹੈ, ਤਾਂ ਇਹ ਸੀ ਜੀ ਇੰਪੋਰਟੈਂਟ ਪੱਖ ਜਿਹੜੇ ਮੇਰੇ ਅਕੋਰਡਿੰਗ ਮੈਨੂੰ ਇੰਪੋਰਟੈਂਟ ਲੱਗੇ ਭਾਰਤੀ ਬਜਟ 2021 ਤੋਂ 2022 ਦੇ। ਅਤੇ ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਚੀਜ਼ਾਂ ਛੋਟੀਆਂ ਛੋਟੀਆਂ ਹੈਗੀਆਂ ਨੇ ਜਿਹੜੀਆਂ ਇੰਪੋਰਟੈਂਟ ਨੇ। ਠੀਕ ਹੈ, ਉਹਨਾਂ ਨੂੰ ਵੀ ਆਪਾਂ ਡਿਸਕਸ ਕਰ ਲਾਂਗੇ ਕਿਸੇ ਹੋਰ ਲੈਕਚਰ ਦੇ ਵਿੱਚ, ਕਿਉਂਕਿ ਅੱਜ ਵਾਲਾ ਲੈਕਚਰ ਜਿਹੜਾ ਕਾਫੀ ਵੱਡਾ ਬਣ ਰਿਹਾ ਸੀ, ਥੋੜ੍ਹੀ ਪ੍ਰੋਬਲਮ ਆਉਂਦੀ ਹੈ ਇਹਨੂੰ ਟੈਕਲ ਕਰਨ ਦੇ ਵਿੱਚ। ਸੋ ਅੱਜ ਦੇ ਲਈ ਇੰਨਾ ਹੀ। ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਆਪਣਾ ਅੱਜ ਦਾ ਲੈਕਚਰ? ਸਾਰੇ ਇੰਪੋਰਟੈਂਟ ਟਰਮਸ ਮੈਂ ਕੋਸ਼ਿਸ਼ ਕੀਤੀ ਹੈ ਕਿ ਇਸ ਨੂੰ ਸ਼ਾਮਿਲ ਕਰ ਲਵਾਂ, ਜਿੰਨੀਆਂ ਵੀ ਨਵੀਆਂ ਸਕੀਮਸ ਸੀ ਜਾਂ ਜਿਹੜੀਆਂ ਐਡ ਕੀਤੀਆਂ ਗਈਆਂ ਨਵੀਆਂ ਉਹ ਆਪਾਂ ਸ਼ਾਮਿਲ ਕੀਤੀਆਂ। ਤੇ ਲਾਈਕ ਐਂਡ ਕਮੈਂਟ ਕਰਕੇ ਜ਼ਰੂਰ ਦੱਸਣਾ ਸਾਰਿਆਂ ਨੇ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਆਪਣਾ ਅੱਜ ਦਾ ਲੈਕਚਰ। ਤੇ ਜੇਕਰ ਪਸੰਦ ਆਇਆ ਤਾਂ ਆਪਣੇ ਫਰੈਂਡਸ ਨਾਲ ਜ਼ਰੂਰ ਸ਼ੇਅਰ ਕਰਿਓ ਜੀ। ਕਰਦੇ ਰਹੋ ਆਪਣੇ ਪੇਪਰ ਦੀ ਤਿਆਰੀ ਤੇ ਦੇਖਦੇ ਰਹੋ ਤੁਹਾਡਾ ਆਪਣਾ ਸੁਪੀਰੀਅਰ ਸਟੱਡੀ ਚੈਨਲ। ਥੈਂਕ ਯੂ ਸੋ ਮਚ।